ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਤਿਕਾਰਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਮੰਗਲਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਵੀਰ ਜੀ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਹਾਜ਼ਰ ਹਨ, ਜੋ ਗੌੜੀ ਰਾਗ ਦੀ ਬਾਣੀ ਭਗਤ ਵੀਰ ਜੀ ਦੀ ਹੈ 52 ਅੱਖਰੀ, ਉਹਦੀ ਲੜੀਵਾਰ ਵਿਚਾਰ ਸਾਡੇ ਨਾਲ ਸਾਂਝੀ ਕਰ ਰਹੇ ਹਨ। 33 ਅੰਕਾਂ ਤੱਕ ਅਸੀਂ ਇਹ ਵਿਚਾਰ ਸਰਵਣ ਕਰ ਚੁੱਕੇ ਹਾਂ। ਅੱਜ ਇਹ 34ਵੇਂ ਅੰਕ ਤੋਂ ਵਿਚਾਰ ਆਰੰਭ ਹੋਣੀ ਹੈ। ਜੀਆ ਅੱਖਰ ਹੈ, ਜਈਆ ਜੋ ਜਾਣੇ ਤੋ ਦੁਰਮਤ ਹਨ, ਕਰ ਬਸ ਆਇਆ ਨਾ ਗਾਇਆ ਗਾਉ। तो इस 52 ਅੱਖਰੀ ਦੀ ਜੋ ਲੜੀਵਾਰ ਵਿਚਾਰ ਹੈ ਉਹ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਪਾਸੋਂ ਅਸੀਂ ਸਰਵਣ ਕਰਦੇ ਹਾਂ। ਬੇਨਤੀ ਕਰ ਰਹੇ ਹਾਂ ਗਿਆਨੀ ਜੀ ਨੂੰ ਕਿ ਅੱਜ ਦੀ ਵਿਚਾਰ ਆਰੰਭ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ 52 ਅੱਖਰੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ 33 ਬੰਦਾਂ ਤੱਕ ਦੀ ਵਿਚਾਰ ਕਰ ਚੁੱਕੇ ਹਾਂ। ਭਗਤ ਜੀ ਨੇ ਇਸ ਮਨ ਦਾ ਜ਼ਿਕਰ ਕੀਤਾ ਸੀ ਕਿ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਲੈ ਜੋ ਉਨਮਨ ਰਹਿ ਤੋ 3 ਲੋਕੀ ਬਾਤੀ ਕਹੈ। ਪ੍ਰਭੂ ਤਿੰਨਾਂ ਲੋਕਾਂ ਵਿੱਚ ਵਿਆਪਕ ਹੈ। ਜਦੋਂ ਇਹ ਮਨ ਆਪਣੀ ਨੀਵੀਂ ਸੋਚ ਛੱਡ ਕੇ ਉੱਚੀ ਸੋਚ, ਰੱਬੀ ਗੁਣਾਂ ਵਾਲੀ ਸੋਚ ਧਾਰਨ ਕਰ ਲੈਂਦਾ ਹੈ, ਤੇ ਫਿਰ ਤਿੰਨਾਂ ਲੋਕਾਂ ਵਿੱਚ ਰਵੇ ਹੋਏ ਪ੍ਰਭੂ ਦੀਆਂ ਗੱਲਾਂ ਕਰਦਾ ਹੈ, ਪ੍ਰਭੂ ਨੂੰ ਹੀ ਜਾਣਦਾ ਹੈ, ਪ੍ਰਭੂ ਨਾਲ ਹੀ ਸਾਂਝ ਪਾ ਲੈਂਦਾ ਹੈ। ਇੱਥੇ ਤੱਕ ਅਸੀਂ ਵਿਚਾਰ ਕਰ ਚੁੱਕੇ ਸਾਂ। ਇਸ ਤੋਂ ਅੱਗੇ 34ਵੇਂ ਬੰਦ ਤੋਂ ਅੱਜ ਦੀ ਇਹ ਵਿਚਾਰ ਆਰੰਭ ਹੈ। ਯਈਆ ਜੋ ਜਾਣੇ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ। ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ। ਯਈਏ ਅੱਖਰ ਦੇ ਰਾਹੀਂ ਹੁਣ ਭਗਤ ਕਬੀਰ ਜੀ ਸਾਨੂੰ ਅੱਗੇ ਉਪਦੇਸ਼ ਕਰ ਰਹੇ ਹਨ। ਇਹ ਜਿਹੜੀ ਤੁਕ ਹੈ, ਆਮ ਤੌਰ ਤੇ ਕੁਝ ਸੱਜਣ ਇਹਦਾ ਵਿਸਰਾਮ ਇਸ ਤਰ੍ਹਾਂ ਲਗਾਉਂਦੇ ਨੇ, ਯਈਆ ਜੋ ਜਾਣੇ ਤੋ ਦੁਰਮਤ ਹਨ, ਕਰ ਤੇ ਵਿਸਰਾਮ ਲਾਉਂਦੇ ਨੇ, ਬਸ ਕਾਇਆ ਗਾਉ। ਇਸ ਤਰ੍ਹਾਂ ਯਈਆ ਜੋ ਜਾਣੇ ਤੋ ਦੁਰਮਤ ਹਨ, ਕਰ ਤੇ ਜਿਹੜਾ ਵਿਸਰਾਮ ਹੈ ਉਹ ਠੀਕ ਨਹੀਂ ਹੈਗਾ। ਵਿਸਰਾਮ ਹਨ ਦੇ ਉੱਪਰ ਜਿਹੜਾ ਉਹ ਟੁਕਮਾ ਹੈਗਾ। ਯਈਆ ਜੋ ਜਾਣੇ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ। ਦੁਰਮਤ ਦਾ ਭਾਵ ਭੈੜੀ ਮਤ ਹਨ ਮੈਨੇ ਨਾਸ਼ ਕਰ ਦੇ, ਭੈੜੀ ਮਤ ਨੂੰ ਨਾਸ਼ ਕਰ ਬਸ ਕਰ ਮੈਨੇ ਆਪਣੇ ਅਧੀਨ ਕਰ। ਕਾਇਆ ਗਾਉ ਸਰੀਰ ਰੂਪੀ ਪਿੰਡ ਆਪਣੇ ਅਧੀਨ ਕਰ। ਇਸ ਕਰਕੇ ਹਨ ਦੇ ਉੱਪਰ ਇਹਦਾ ਵਿਸਰਾਮ ਟੁਕਦਾ ਹੈ। ਯਈਆ ਜੋ ਜਾਣੇ, ਯਈਏ ਅੱਖਰ ਦੇ ਰਾਹੀਂ ਹੁਣ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਹਨ। ਜੇ ਤੂੰ ਜਾਣਨਾ ਚਾਹੁੰਦਾ ਹੈ, ਜੀਵਨ ਦੇ ਸਹੀ ਰਸਤੇ ਨੂੰ ਜਾਣਨਾ ਚਾਹੁੰਦਾ ਹੈ, ਜੇ ਤੂੰ ਗਿਆਨ ਹਾਸਲ ਕਰਨਾ ਚਾਹੁੰਦਾ ਹੈ, ਜ਼ਿੰਦਗੀ ਦੇ ਸਹੀ ਰਸਤੇ ਨੂੰ ਜਾਣਨ ਵਾਸਤੇ ਕੀ ਕਰਨਾ ਪਏਗਾ? ਤੋ ਦੁਰਮਤ ਹਨ। ਤਾਂ ਫਿਰ ਤੂੰ ਦੁਰਮਤ ਜਿਹੜੀ ਭੈੜੀ ਮਤ ਹੈ ਹਨ ਮੈਨੇ ਉਹਨੂੰ ਨਾਸ਼ ਕਰ ਦੇ। ਆਪਣੀ ਭੈੜੀ ਮਤ ਦਾ ਨਾਸ਼ ਕਰ, ਆਪਣੀ ਬੁਰੀ ਮਤ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਆ, ਆਪਣੀ ਭੈੜੀ ਮਤ ਨੂੰ ਖਤਮ ਕਰ ਦੇ। ਕਰ ਬਸ ਵਿੱਚ ਕਰ ਲੈ, ਕਿਹਨੂੰ?
कर बस काया गाँव। काया मैंने शरीर, गाँव मैंने पिंड। आ जिहड़ा शरीर पिंड है इहनूं अपने अधीन कर लै। भाव शरीर पिंड दे जिहड़े वासी ने इंद्रे, ये तेरे अधीन होने चाहिए ने। जां शरीर पिंड दे जिन्ने भी शरीर दे अंग ने वो तेरे अधीन होने चाहिए ने। तेरे विचार तेरे अधीन होने चाहिए ने। तेरी सोच तेरे अधीन होनी चाहिए है। इनू अपने अधीन कर। याद रखो, शरीर नू असी अधीन करना, गुरु ने नहीं करना। अखां नाल असी देखना है, साडी थां ते गुरु ने थोड़े अखां नाल देखना है, देखना ते असी है। गुरु ने तो सिर्फ गाइड करना है भी अखां दे नाल परत रिहा परतन रूप ना वेखी कि अखी सूतक जिहड़ा वेखना परत रिहा परतन रूप है, इस करके परत रिहा रूप ना पेखे नेत्र। गुरु ने सिर्फ गाइड करना है, अखां नाल देखना असी है, कन्ना नाल सुनना असी है। साडी थां ते गुरु ने सुनन नहीं आ जाना, सुनना असी है। गुरु ने सिर्फ एक हदायत देनी है कि कन्नी सूतक कन पहलाए तबारी खाए, ये श्रवणों मेरे सच है सुनने नूं पठाए। तुम सच सुनने वास्ते आयो, सच सुन लियो। ये ना होवे कि मेरे मोहन श्रवणी यह ना सुनाए, साकत गीत नाद धुन गावत बोलत बोल अजाए। सुनना असी है, गुरु ने सिर्फ गाइड करना है सानू। बोलना असी है, गुरु ने सिर्फ गाइड करना है कि बोलना होवे ते की बोलना है। निर्मल रसना अमृत पियो, सदा सुहिला कर लै जीओ। कन्ना नाल की सुनना है, कर हर कर्म श्रवण हर कथा। पैरां नाल किधर जाना है, चरण चलो मार्ग गोबिंद। तुरना ते असी है ना, साडी थां ते गुरु ने थोड़े तुरना। साडा भटकदा मन असी अधीन करना है, गुरु ने थोड़े अधीन करना है। असी तो सिर्फ गुरु को गाइड कर लेनी है कि असी अपने मन के विचारां नूं किवें काबू च करिए। ते गुरु आखदे जदों तेरी मत चंगी होएगी, विचार चंगे हो जाणगे। तो गुरु दी मत ले ले, भैड़े मन नूं तू गुरु चरनां च छड्ड दे। भाव जिहड़े भैड़े विचार ने इन्हां नूं इत्थे छड्ड दे, गुरु कोलों चंगे विचार लैके जा। मन गुरु अगे छड्डण दा भाव अपनी भैड़ा विचार जिहड़ा है वो गुरु अगे समर्पित करके गुरु कोलों चंगे विचार लै लई। भैड़ी मत गुरु नूं सौंप के गुरु कोलों चंगी विचार लै लई, पर यह मन तेरे काबू च होना चाहिए है, मन तेरे वश च होना चाहिए है। इस करके काया नूं मन नूं वस विच कर बस काया गाँव। ये काया पूरा पिंड है जिहदे विच अखां कन नक हथ इंद्रे ने, जिहदे विच दिमाग है मन है, ये सारे इस काया विच रहिंदे ने। मन भी जिहड़ा है इस काया विच रहिंदा है, भाव दिमाग की एक्टिविटी है। जिहड़ा शरीर का अंग है दिमाग, उहदी क्रिया का नाम, उहदी प्रतिक्रिया का नाम, उहदी एक्टिविटी का नाम मन है। जो विचार पैदा होंदे ने, परख वाली जिहड़ी साडे कोल चीज है वो है बुद्धि, वो भी दिमाग की एक्टिविटी है। सोच विच जिथे असी मैमरी इकट्ठी करनी है, वो साडा चित्त है, वो भी साडा सैल है जिहदे विच साडी मैमरी, साडी यादां इकट्ठियां हुंदियां ने। उस विचारां दे सदका जिहड़ा साडा सुभाव, साडी मत बनदी है, वो मत भी साडी दिमाग की एक्टिविटी है। भाव शरीर नाल संबंधित ही सारा कुछ है। इसे करके गुरु जी ने वचन किया, देही गावा जियो धर्मै तो बचै पंच गसाना, नैनू नकटू सरवनू रसपत इंद्री कया ना माना। इस शरीर पिंड दे विच आ जिहड़े अखां नक कन मेरे कहना नहीं मनदे। मैं इस पिंड च रहना ही नहीं चाहता। बाबा अपना बसों गाँव, घरी घरी का लेखा मांगे कायत चेतू नाओ। मैं की करा? ते उदों फिर किसी ने कहा सी तू गुरु कोल जा। गुरु कोल बाहां खड़ियां करके भाव सरेंडर होके समर्पित होके गुरु के पुकार करी, मैं जिंदगी किवें जीवां। ते गुरु तेनू तरीका दसेगा। एक कोट पंच सिकदारा पंचे मांगे हाला, जिमी नाही मैं किसी की बोई ऐसा दीन दुखाला। जदों मैं गुरु अगे बाहां खड़ियां करके हार मन के पुकार कीती, हर के लोगा मोको नीत डसै पटवारी, ऊपर पूजा कर मैं गुरु पै पुकारिया, तिन हो लिया उबारी, उन्हें बचा लिया। गुरु जी अज आखदे ने, भगत कबीर जी अपनी बाणी च आखदे ने, इस काया नूं वस च कर लै। मतलब शरीर पिंड नूं वस च कर। तेरियां अखां तेरे कंट्रोल दे विच होण, तेरी जुबान तेरे कंट्रोल च होवे, तेरे कन तेरे कंट्रोल च होण, तेरे हाथ तेरे कंट्रोल च होण। इस पिंड नूं वस विच कर लै। भैड़ी मत नूं वस विच कर लै, भैड़ी मत नूं नाश कर दे ते शरीर के पिंड नूं अपने अधीन कर लै। यैया जो जाने तो दुर्मत हन। जे तू जिंदगी दे सही रस्ते नूं जानना चाहता है ते भैड़ी मत नूं नाश कर दे। कर बस काया गाँव, शरीर रूपी पिंड नूं अपने अधीन कर लै। रण रूतो भाजै नहीं,
ਸੂਰੋ ਥਾਰੋ ਨਾਉ। ਰਣ, ਰਾਣੇ ਨੂੰ ਸਿਹਾਰੀ ਨਾਲ ਭਾਵ ਰਣ ਵਿੱਚ, ਜੰਗ ਵਿੱਚ। ਰੂਤੋ, ਰੂਤੋ ਮੈਨੇ ਰੁੱਝਿਆ ਹੋਇਆ, ਖਚਤ ਹੋਇਆ। ਭਾਜੈ ਨਹੀਂ, ਭਾਜੈ ਨਹੀਂ ਮੈਨੇ ਭਜਦਾ ਨਹੀਂ ਹੈ। ਸੂਰੋ, ਜੇ ਭੱਜੇ ਨਾ, ਸੂਰੋ ਮੈਨੇ ਸੂਰਮਾ, ਬਹਾਦਰ, ਮਹਾਬਲੀ, ਯੋਧਾ। ਥਾਰੋ ਨਾਉ ਮੈਨੇ ਤੇਰਾ ਨਾਮ। ਇਹਦਾ ਅਰਥ ਕੀ ਬਣਿਆ? ਹੁਣ ਇਸ ਮਤ ਦਾ ਨਾਸ਼ ਕਰਨਾ ਬੜੀ ਬਹਾਦਰੀ ਦਾ ਕੰਮ ਹੈ। ਭੈੜੀ ਮਤ ਨੂੰ ਖਤਮ ਕਰਨਾ ਬੜੀ ਸੂਰਮਤਾਈ ਦਾ ਕੰਮ ਹੈ। ਸਰੀਰ ਰੂਪੀ ਕਿਲੇ ਨੂੰ, ਸਰੀਰ ਰੂਪੀ ਪਿੰਡ ਨੂੰ ਵਸ 'ਚ ਲੈ ਕੇ ਆਣਾ, ਇਹ ਬੜੀ ਬਹਾਦਰੀ ਦਾ ਕੰਮ ਹੈ। ਇੱਕ ਜੰਗ ਹੈ, ਇੱਕ ਲੜਾਈ ਹੈ। ਰਣ ਰੂਤੋ ਭਾਜੇ ਨਹੀਂ, ਜੇ ਤੂੰ ਜੰਗ ਵਿੱਚ ਉਲਝਾ ਹੋਵੇਂ ਤੇ ਭੱਜੇ ਨਾ। ਇਸ ਜੰਗ ਦੇ ਵਿੱਚ ਸਰੀਰ ਨੂੰ ਵਸ 'ਚ ਲਿਆਉਣਾ ਇੱਕ ਜੰਗ ਹੈ। ਜਿਸ ਜੰਗ ਵਿੱਚ ਰੁੱਝ ਜਾਏ, ਦੌੜੇ ਨਾ ਕਿ ਮੈਂ ਤੁਝੀ ਅੱਖਾਂ ਮੇਰੇ ਕੰਟਰੋਲ 'ਚ ਨਹੀਂ ਹੁੰਦੀਆਂ ਜੀ, ਮੈਂ ਕੀ ਕਰਾਂ, ਇੱਥੇ ਪਰ ਤਨ ਪਰ ਰੂਪ ਦਿਖਦੀਆਂ ਨੇ, ਮੇਰੇ ਕਾਬੂ ਨਹੀਂ। ਮੇਰੇ ਤੇ ਜੀ ਕੰਨ ਨਿੰਦਿਆ ਚੁਗਲੀ ਸੁਣਦੇ ਨੇ, ਮੇਰੇ ਕਾਬੂ ਨੇ, ਮੈਂ ਕੀ ਕਰਾਂ। ਕਹਿੰਦਾ ਕਿ ਦੌੜ ਨਾ, ਭੱਜ ਨਾ, ਇਹਨਾਂ ਨੂੰ ਅਧੀਨ ਕਰ। ਮੇਰਾ ਤੇ ਜੀ ਮਨ ਬੁਰੀਆਂ ਹੀ ਗੱਲਾਂ ਸੋਚਦਾ ਜੀ, ਮੇਰੇ ਕਾਬੂ 'ਚ ਨਹੀਂ, ਮੈਂ ਕੀ ਕਰਾਂ। ਕਹਿੰਦਾ ਕਿ ਇਹਨੂੰ ਕਾਬੂ 'ਚ ਲੈ ਕੇ ਆ। ਇਹੀ ਤੇ ਸੂਰਮਾ ਹੋਣਾ ਹੈ। ਆਪਣੇ ਆਪੇ ਨੂੰ ਜਿੱਤਣਾ ਸਭ ਤੋਂ ਵੱਡਾ ਸੂਰਮਾ ਹੈ। ਦੂਜੇ ਨੂੰ ਜਿੱਤ ਲੈਣਾ ਅਜੇ ਆਸਾਨ ਹੈ, ਪਰ ਆਪਣੇ ਆਪੇ ਨੂੰ ਜਿੱਤ ਲੈਣਾ, ਆਪਣੇ ਕੰਨਾਂ, ਅੱਖਾਂ, ਨੱਕਾਂ ਨੂੰ, ਆਪਣੇ ਸਰੀਰ ਦੇ ਇੰਦਰੀਆਂ ਨੂੰ, ਆਪਣੀ ਮਤ ਨੂੰ, ਆਪਣੀ ਸੋਚ ਨੂੰ ਜਿੱਤ ਲੈਣਾ, ਇਹ ਬਹੁਤ ਵੱਡਾ ਜੰਗ ਹੈ। ਉਹੀ ਸੂਰਮਾ ਹੈ। ਜਾਕੋ ਹਰ ਰੰਗ ਲਾਗੂ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ। ਜਿਹੜਾ ਆਪਣੇ ਆਪੇ ਨੂੰ ਜਿੱਤ ਲੈਂਦਾ ਹੈ, ਸਾਰੀ ਆ ਸਰੀਰ ਦੇ ਇੰਦਰੀ ਕਿਰਿਆਵਾਂ ਇਹ ਸਾਰੀਆਂ ਦੇ ਵਸ ਵਿੱਚ ਆ ਜਾਂਦੀਆਂ ਨੇ, ਅਧੀਨ ਹੋ ਜਾਂਦੀਆਂ ਨੇ। ਇਹਨੂੰ ਪਤਾ ਮੈਂ ਕੀ ਬੋਲਣਾ ਹੈ, ਇਹਨੂੰ ਪਤਾ ਮੈਂ ਕੀ ਸੁਣਨਾ ਹੈ, ਇਹਨੂੰ ਪਤਾ ਮੈਂ ਕਿਹੜੇ ਕਰਮ ਕਰਨੇ ਨੇ। ਆ ਸਾਰੇ ਇੰਦਰੀ ਦੇ ਵਸ 'ਚ ਹੋ ਜਾਂਦੇ ਨੇ, ਮਨ ਵਸ 'ਚ ਹੋ ਜਾਂਦਾ ਹੈ। ਆਤਮ ਜਿਣੈ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ। ਰਣ ਰੂਤੋ ਭਾਜੇ ਨਹੀਂ, ਜੇ ਤੂੰ ਰੁੱਝ ਜਾਏ, ਇਸ ਸਰੀਰ ਨੂੰ ਵਸ 'ਚ ਕਰਨ ਦੀ ਜੰਗ ਵਿੱਚ ਰੁੱਝ ਜਾਏ ਤੇ ਭੱਜੇ ਨਾ, ਭਾਵ ਹਾਰ ਨਾ ਮੰਨੇ, ਉਦਾਸ ਨਾ ਹੋਏ, ਢਹਿੰਦੀ ਕਲਾ 'ਚ ਨਾ ਜਾਏ, ਹਾਰੇ ਨਾ, ਤਾਂ ਤੂੰ ਸੂਰਮਾ ਹੋ ਸਕਦਾ ਹੈ। ਸੂਰੋ ਥਾਰੋ ਨਾਉ। ਇਹਨਾਂ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਕੰਟਰੋਲ ਵਿੱਚ ਕਰਨਾ ਇੱਕ ਲੜਾਈ ਹੈ, ਇੱਕ ਜੰਗ ਹੈ। ਜੇ ਤੂੰ ਭੱਜ ਜਾਏ ਫਿਰ ਤੂੰ ਕਾਇਰ ਹੈ, ਜੇ ਨਾ ਭੱਜੇ ਫਿਰ ਕਾਇਰ ਨਹੀਂ। ਜੇ ਭੱਜ ਜਾਏ ਫਿਰ ਇਹਨਾਂ ਇੰਦਰੀਆਂ ਦਾ ਗੁਲਾਮ ਤੂੰ ਹੋ ਜਾਏਗਾ, ਹਮੇਸ਼ਾ ਲਈ ਗੁਲਾਮ ਹੋ ਜਾਏਗਾ। ਸਾਰੀ ਜ਼ਿੰਦਗੀ ਵਿਕਾਰਾਂ ਦੀ ਗੁਲਾਮੀ ਕਰਨ ਨਾਲੋਂ, ਸਾਰੀ ਜ਼ਿੰਦਗੀ ਇਹਨਾਂ ਇੰਦਰੀਆਂ ਦੀ ਗੁਲਾਮੀ ਕਰਨ ਨਾਲੋਂ, ਸਾਰੀ ਜ਼ਿੰਦਗੀ ਇਸ ਮਨ ਦੀ ਗੁਲਾਮੀ ਕਰਨ ਨਾਲੋਂ ਜੇ ਤੂੰ ਸੂਰਮਾ ਬਣ ਜਾਏ, ਜ਼ਿੰਦਗੀ ਦੀ ਬਾਜੀ ਜਿੱਤ ਜਾਏਗਾ। ਸੰਸਾਰ ਦੀਆਂ ਜੰਗਾਂ ਵੀ ਉਹਨਾਂ ਜਿੱਤੀਆਂ ਜਿਨ੍ਹਾਂ ਨੇ ਆਪਣੇ ਆਪੇ ਨੂੰ ਜਿੱਤਿਆ ਸੀ। ਸਾਡੀ ਕੌਮ ਵਿੱਚ ਕਿੰਨੇ ਸ਼ਹੀਦ ਨੇ, ਜਿਨ੍ਹਾਂ ਕਿੰਨੀਆਂ ਕੁਰਬਾਨੀਆਂ ਕੀਤੀਆਂ। ਅਸੀਂ ਅਰਦਾਸ ਵਿੱਚ ਉਹਨਾਂ ਨੂੰ ਹਰ ਰੋਜ਼ ਯਾਦ ਕਰਦੇ ਹਾਂ। ਉਹ ਮਹਾਨ ਗੁਰਸਿੱਖ ਨੇ ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਵਸ 'ਚ ਕੀਤਾ ਸੀ, ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ, ਜਿਨ੍ਹਾਂ ਦਾ ਜੀਵਨ ਉੱਚਾ ਸੁੱਚਾ ਸੀ। ਤੇ ਜਦੋਂ ਉਹਨਾਂ ਨੇ ਆਪਣੀ ਭੈੜੀ ਮਤ ਖਤਮ ਕੀਤੀ, ਆਪਣੇ ਆਪੇ ਨੂੰ ਵਸ 'ਚ ਕੀਤਾ, ਤੇ ਜਿਹੜੇ ਵਿਕਾਰਾਂ ਦੀ ਜੰਗ 'ਚੋਂ ਭੱਜੇ ਨਹੀਂ, ਉਹ ਇੰਨੇ ਸੂਰਮੇ ਬਣ ਗਏ, ਉਹ ਦੁਨਿਆਵੀ ਜੰਗ ਵਿੱਚ ਜਿੱਤ ਕੇ ਮੁੜੇ, ਦੁਨਿਆਵੀ ਜੰਗਾਂ 'ਚ ਵੀ ਨਹੀਂ ਹਾਰੇ। ਚਮਕੌਰ ਦੀ ਕੱਚੀ ਗੜੀ ਵਿੱਚ ਮੁੱਠੀ ਕੁ ਭਰ ਸਿੰਘ ਲੱਖਾਂ ਦੇ ਨਾਲ ਟਕਰਾ ਗਏ। ਅਸੀਂ ਹਾਰ ਜਾਂਦੇ ਹਾਂ ਜਦੋਂ ਅਸੀਂ ਝੂਠ ਬੋਲਿਆ, ਅਸੀਂ ਗੁਲਾਮ ਹੋ ਗਏ। ਜਦੋਂ ਅਸੀਂ ਨਿੰਦਿਆ ਕੀਤੀ, ਅਸੀਂ ਫਿਰ ਗੁਲਾਮ ਹੋ ਗਏ। ਅਸੀਂ ਕਦੀ ਝੂਠ ਦੇ ਗੁਲਾਮ ਹੋ ਜਾਂਦੇ ਹਾਂ, ਕਦੀ ਨਿੰਦਿਆ ਦੇ। ਬੇਈਮਾਨੀ ਕਰਦੇ ਹਾਂ, ਬੇਈਮਾਨੀ ਦੇ ਗੁਲਾਮ ਹੋ ਜਾਂਦੇ ਹਾਂ। ਨਫ਼ਰਤ ਕਰਦੇ ਹਾਂ, ਨਫ਼ਰਤ ਦੇ ਗੁਲਾਮ ਹੋ ਜਾਂਦੇ ਹਾਂ। ਫਿਰ ਸੂਰਮੇ ਨਹੀਂ ਬਣਦੇ। ਅਸੀਂ ਝੂਠ ਬੋਲਦੇ ਹਾਂ, ਝੂਠ ਦੇ ਗੁਲਾਮ ਹੋ ਜਾਂਦੇ ਹਾਂ। ਝੂਠ ਜਿੱਤ ਜਾਂਦਾ, ਅਸੀਂ ਹਾਰ ਜਾਂਦੇ ਹਾਂ। ਕ੍ਰੋਧ ਕਰਦੇ ਹਾਂ, ਕ੍ਰੋਧ ਦੇ ਗੁਲਾਮ ਹੋ ਜਾਂਦੇ ਹਾਂ। ਕ੍ਰੋਧ ਜਿੱਤ ਜਾਂਦਾ, ਅਸੀਂ ਹਾਰ ਜਾਂਦੇ ਹਾਂ। ਇਹ ਕੇਵਲ ਜੰਗ ਹੀ ਨਹੀਂ, ਗੁਰੂ ਜੀ ਨੇ ਕਿਹਾ ਇਹ ਜ਼ਿੰਦਗੀ ਖੇਡ ਵੀ ਬੜੀ ਵਧੀਆ ਹੈ, ਬੜੀ ਪਿਆਰੀ ਖੇਡ ਹੈ ਜ਼ਿੰਦਗੀ। ਇੱਕ ਪਾਸੇ ਮਾਇਆ ਦੇ 5 ਖਿਡਾਰੀ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਦੂਜੇ ਪਾਸੇ ਅਸੀਂ ਹਾਂ। ਜ਼ਿੰਦਗੀ ਦੀ ਖੇਡ ਦੇ ਵਿੱਚ ਕੀ ਹੁੰਦਾ ਹੈ? ਕਦੀ ਸਾਡੇ ਤੇ ਕ੍ਰੋਧ ਗੋਲ ਕਰ ਜਾਂਦਾ ਹੈ, ਕਦੀ ਸਾਡੇ ਤੇ ਲੋਭ ਗੋਲ ਕਰ ਜਾਂਦਾ, ਅਸੀਂ ਹਾਰ ਜਾਂਦੇ ਹਾਂ। ਕਦੀ ਹੰਕਾਰ ਗੋਲ ਕਰ ਜਾਂਦਾ, ਅਸੀਂ ਹਾਰ ਜਾਂਦੇ ਹਾਂ। ਪੈਰ ਪੈਰ ਤੇ ਹਾਰਦੇ ਹਾਂ। ਗੁਰੂ ਜੀ ਕਹਿੰਦੇ ਕਦੀ ਕਦੀ ਤੂੰ ਵੀ ਗੋਲ ਕਰ ਦਿਆ ਕਰਤਾ, ਕਦੀ ਤੂੰ ਵੀ ਕ੍ਰੋਧ ਤੇ ਗੋਲ ਕਰਦੇ, ਕਦੀ ਤੂੰ ਵੀ ਲੋਭ ਤੇ ਗੋਲ ਕਰਦੇ, ਕਦੀ ਤੂੰ ਵੀ ਨਿੰਦਿਆ ਤੇ ਗੋਲ ਕਰ ਦਿਆ ਕਰ, ਜਿੱਤ ਲਿਆ ਕਰ ਉਹਨੂੰ। ਤੇ ਜੀਵ ਆਖਦੇ ਜੀ ਮੈਂ ਕਿਵੇਂ ਕਰਾਂ, ਉਹ 5 ਨੇ, ਮੈਂ ਕੱਲਾ ਵਾਂ। ਅਵਰ ਪੰਚ ਹਮ ਏਕ ਜਨਾ, ਕਿਉਂ ਰੱਖਿਆ ਘਰ ਬਾਰ ਮਨਾ।
ਮਾਰੇ ਲੁੱਟੈ ਨੀਤ ਨੀਤ, ਇਸ ਆਗਿਆ ਕਰੀ ਪੁਕਾਰ ਜਨਾ। ਗੁਰੂ ਜੀ ਆਖਦੇ ਫਿਰ ਕੀ ਹੋਇਆ, ਜੇ ਮਾਇਆ ਦੇ 5 ਖਿਡਾਰੀ ਨੇ, ਤੂੰ ਆਪਣੇ 5 ਖਿਡਾਰੀ ਅੱਗੇ ਕਰ ਦੇ। ਸਤ ਸੰਤੋਖ ਦਇਆ ਧਰਮ ਧੀਰਜ, ਤੂੰ ਇਹਨਾਂ ਨੂੰ ਅੱਗੇ ਕਰ ਦੇ। ਕ੍ਰੋਧ ਤੇਰੇ ਤੇ ਗੋਲ ਕਰਨ ਲੱਗੇ, ਤੂੰ ਮਿੱਠੀ ਜ਼ੁਬਾਨ ਦਾ ਖਿਡਾਰੀ ਅੱਗੇ ਕਰ ਦੇ। ਮਿੱਠਾ ਬੋਲਣਾ ਸ਼ੁਰੂ ਕਰ ਦੇ, ਕ੍ਰੋਧ ਮੁੱਕ ਜਾਏਗਾ। ਕ੍ਰੋਧ ਤੇਰੇ ਤੇ ਹਾਵੀ ਨਹੀਂ ਹੋਏਗਾ। ਹੰਕਾਰ ਤੇਰੇ ਤੇ ਹਾਵੀ ਹੋਣ ਲੱਗੇ, ਦੂਜੇ ਤੈਨੂੰ ਨੀਵਾਂ ਦਿਖਾਉਣ ਲੱਗੇ, ਫਲਾਣਾ ਨੀਵਾਂ ਮੈਂ ਇੰਨਾ ਉੱਚਾ। ਹੰਕਾਰ ਤੇਰੇ ਤੇ ਹਾਵੀ ਹੋਣ ਲੱਗੇ, ਤੂੰ ਆਪਣਾ ਨਿਮਰਤਾ ਦਾ ਖਿਡਾਰੀ ਅੱਗੇ ਕਰ ਦੇ, ਨਾ ਕੁਛ ਵੀ ਨਹੀਂ। ਤੂੰ ਹੰਕਾਰ ਨੂੰ ਜਿੱਤ ਲਏਗਾ, ਤੂੰ ਸੂਰਮਾ ਹੋ ਜਾਏਗਾ। ਨਿੰਦਿਆ ਤੇਰੇ ਤੇ ਹਾਵੀ ਹੋਣ ਲੱਗੇ, ਤੂੰ ਕਿਸੇ ਦੇ ਗੁਣਾਂ ਦੀ ਪ੍ਰਸ਼ੰਸਾ ਕਰ ਦੇ। ਫਿਰ ਜਿਹਦੀ ਨਿੰਦਿਆ ਕਰਨ ਲੱਗੇ ਉਹਦੀ ਪ੍ਰਸ਼ੰਸਾ ਕਰ ਦੇ, ਸਿਫਤ ਕਰ ਦੇ। ਨਿੰਦਿਆ ਤੇਰੇ ਤੇ ਹਾਵੀ ਨਹੀਂ ਹੋਏਗੀ, ਤੂੰ ਨਿੰਦਿਆ ਤੇ ਗੋਲ ਕਰ ਦੇਗਾ। ਲੋਭ ਤੇਰੇ ਤੇ ਹਾਵੀ ਹੋਣ ਲੱਗੇ, ਤੂੰ ਸੰਤੋਖ ਦਾ ਖਿਡਾਰੀ ਅੱਗੇ ਕਰ ਦੇ। ਇਹਨੂੰ ਆਖਦੇ ਨੇ ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਡ ਹਰ ਪਿਆਰੀ। ਇਹ ਬੜੀ ਪਿਆਰੀ ਖੇਲ ਹੈ ਇਹ, ਜਿਹਦੇ ਵਿੱਚ ਇਹਨਾਂ ਵਿਕਾਰਾਂ ਨੂੰ ਜਿੱਤਣਾ ਹੈ। ਇਹ ਬੜੀ ਵਧੀਆ ਜੰਗ ਹੈ, ਜਿਹਦੇ ਵਿੱਚ ਅਸੀਂ ਇਹਨਾਂ ਵਿਕਾਰਾਂ ਤੇ ਜਿੱਤ ਹਾਸਲ ਕਰਨੀ ਸੀ। ਅਸਲੀ ਸੂਰਮੇ ਬਣਨਾ ਹੈ, ਇਹ ਅਸਲ ਸੂਰਮਾ ਹੋਣਾ ਹੈ। ਰਣ ਰੂਤੋਂ ਭਾਜੇ ਨਹੀਂ, ਸੂਰੋ ਥਾਰੋ ਨਾਉ, ਤੇਰਾ ਨਾਮ ਸੂਰਮਾ। ਜੇ ਤੂੰ ਮੈਦਾਨੇ ਜੰਗ ਚੋਂ ਭੱਜੇ ਨਾ, ਜੇ ਵਿਕਾਰਾਂ ਦੇ ਉੱਪਰ ਤੂੰ ਜਿੱਤ ਹਾਸਲ ਕਰ ਲਵੇਂ, ਜੇ ਆਪਣੇ ਸਰੀਰ ਨੂੰ, ਆਪਣੇ ਇੰਦਰੀਆਂ ਨੂੰ, ਜੇ ਆਪਣੇ ਮਨ ਨੂੰ ਆਪਣੇ ਕੰਟਰੋਲ ਵਿੱਚ ਕਰ ਲਵੇਂ, ਤੂੰ ਸੂਰਮਾ ਹੋ ਜਾਏਗਾ। ਰਾਰਾ ਰਸ ਨਿਰਸ ਕਰ ਜਾਣਿਆ। ਰਸ मैंने स्वाद, निरस मैंने रस तो बिना बेस्वादा फिक्का। निरस कर जाने मैंने फिक्का जान लिया, फिक्का समझ लिया। रारा रस निरस कर जाने, रारे अखर दे ही भगत कबीर जी उपदेश कर रहे हैं कि रस निरस कर जाने। रारा रस निरस कर जाने, हुण इस रस नूं मैं बेरसा मान लिया, इस स्वाद नूं फोका जान लिया। समझ आ गई ते फोका सी स्वाद। ਕਿਹੜਾ ਸਵਾਦ ਫੋਕਾ ਸੀ? ਇਹ ਕ੍ਰੋਧ ਵਾਲਾ, ਇਹ ਨਿੰਦਿਆ ਵਾਲਾ, ਚੁਗਲੀ ਵਾਲਾ, ਝੂਠ ਵਾਲਾ, ਇਹ ਤੇ ਫੋਕੇ ਸਵਾਦ ਸਨ। ਇਹਨਾਂ ਨੂੰ ਫੋਕੇ ਸਮਝ ਕੇ ਛੱਡ ਦਿੱਤਾ। ਕਈਆਂ ਨੂੰ ਬੜਾ ਰਸ ਆਉਂਦਾ ਨਿੰਦਿਆ ਦੇ ਵਿੱਚੋਂ, ਬੜਾ ਸਵਾਦ ਲੱਗਦਾ ਨਿੰਦਿਆ ਦਾ ਰਸ। ਕਈਆਂ ਨੂੰ ਚੁਗਲੀ ਬੜੀ ਸਵਾਦ ਲੱਗਦੀ ਹੈ, ਕਈਆਂ ਨੂੰ ਕ੍ਰੋਧ ਬੜਾ ਚੰਗਾ ਲੱਗਦਾ, ਕਈਆਂ ਨੂੰ ਹੰਕਾਰ ਕਰਨਾ ਬੜਾ ਚੰਗਾ ਲੱਗਦਾ। ਕਿਸੇ ਨੂੰ ਮੈਂ ਨੀਵਾਂ ਦਿਖਾਵਾਂ, ਮੈਂ ਉੱਚਾ ਬਣ ਕੇ ਦਿਖਾਵਾਂ, ਆਪਣਾ ਰਸ ਹੈਗਾ। ਕਿਸੇ ਨੂੰ ਨਿੰਦਿਆ ਚੁਗਲੀ ਦਾ ਰਸ ਬੜਾ ਆਉਂਦਾ ਹੈ, ਉਹ ਬੈਠਾ ਸੁਣੀ ਜਾਂਦਾ, 2 ਘੰਟੇ 4 ਘੰਟੇ ਲੰਘ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਟਾਈਮ ਇਹਨਾਂ ਕਿਵੇਂ ਲੰਘ ਗਿਆ। ਰਸ ਆ ਰਿਹਾ ਨਾ ਨਿੰਦਿਆ ਦਾ। ਪਰ ਜਿਹਨੇ ਇਹਨਾਂ ਵਿਕਾਰਾਂ ਦੇ ਰਸਾਂ ਨੂੰ ਨਿਰਸ ਕਰਕੇ ਜਾਣ ਲਿਆ, ਮਨੁ ਘਰੇ ਭੋਜਨ ਕਰਨ ਲੱਗਿਆ, 2-3 ਸਬਜ਼ੀਆਂ ਬਣੀਆਂ ਸੀ, ਸਵਾਦ ਨਹੀਂ ਆਇਆ, ਤੇ ਇਹਨੇ ਕਹਿ ਦਿੱਤਾ ਵੀ ਆਹ ਸਬਜ਼ੀ ਦੁਬਾਰਾ ਨਾ ਬਣਾਇਓ, ਸਵਾਦ ਨਹੀਂ ਆਇਆ ਜੀ, ਰਸ ਨਹੀਂ ਆਇਆ। ਜਿਹੜੀ ਸਬਜ਼ੀ ਸਾਨੂੰ ਚੰਗੀ ਨਹੀਂ ਲੱਗਦੀ ਸੀ, ਨੇੜੇ ਨਹੀਂ ਲੱਗਦੇ, ਅਸੀਂ ਉਹਨੂੰ ਸੁੱਟ ਦਿੰਦੇ ਆ, ਛੱਡ ਦਿੰਦੇ ਆ। ਪਰ ਜਿਨ੍ਹਾਂ ਨੇ ਮਾਇਆ ਦੇ ਚਸਕਿਆਂ ਨੂੰ ਬੇਸਵਾਦਾ ਜਾਣ ਲਿਆ ਕਿ ਮਾਇਆ ਦੇ ਚਸਕੇ ਤੇ ਫੋਕੇ ਨੇ, ਤੇ ਨਿੰਦਿਆ ਚੁਗਲੀ ਤੇ ਫੋਕੇ ਰਸ ਨੇ, ਮੈਂ ਸਮਾਂ ਬਰਬਾਦ ਕਰ ਰਿਹਾ, ਮੈਂ ਆਪਣੀ ਜੀਵਨ ਦੀ ਊਰਜਾ ਬਰਬਾਦ ਕਰ ਰਿਹਾ, ਮੈਂ ਆਪਣੇ ਰਿਲੇਸ਼ਨ ਖਰਾਬ ਕਰ ਰਿਹਾ, ਮੈਂ ਆਪਣੇ ਜੀਵਨ ਨੂੰ ਨਿਗਾਰ ਵੱਲ ਲੈ ਕੇ ਜਾ ਰਿਹਾ। ਜਿਨ੍ਹਾਂ ਇਹਨਾਂ ਰਸਾਂ ਨੂੰ ਨਿਰਸ ਜਾਣ ਲਿਆ, ਰਾਰਾ ਰਸ ਨਿਰਸ ਕਰ ਜਾਣਿਆ, ਜਿਨ੍ਹਾਂ ਨੇ ਮਾਇਆ ਦੇ ਚਸਕਿਆਂ ਨੂੰ ਨਿਰਸ ਬੇਸਵਾਦਾ ਫਿੱਕਾ ਜਾਣ ਲਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਜਿਹੜਾ ਨਿਰਸ ਹੋ ਗਿਆ, ਰਸ ਤੋਂ ਨਿਰਲੇਪ ਹੋ ਗਿਆ, ਮਾਇਆ ਦੇ ਚਸਕਿਆਂ ਦੇ ਸਵਾਦ ਤੋਂ ਉੱਚਾ ਉੱਠ ਗਿਆ, ਸੋ ਰਸ, ਉਹਨੇ ਉਹ ਵਾਲਾ ਰਸ ਪਹਿਚਾਨਿਆ, ਮੈਨੇ ਪਛਾਣ ਲਿਆ। ਫਿਰ ਉਹਨੇ ਉਹ ਵਾਲੇ ਰਸ ਨੂੰ ਜਾਣ ਲਿਆ, ਉਸ ਰਸ ਨਾਲ ਸਾਂਝ ਪਾ ਲਈ, ਇਹਨੇ ਆਤਮਿਕ ਆਨੰਦ ਨੂੰ ਮਾਣ ਲਿਆ, ਫਿਰ ਪਛਾਣ ਲਿਆ, ਉਸ ਰਸ ਨੂੰ ਮਾਣ ਲਿਆ। ਉਸ ਰਸ ਨੂੰ ਉਹੀ ਮਾਣੇਗਾ ਜਿਹੜਾ ਇਸ ਰਸ ਨੂੰ ਛੱਡੇਗਾ। ਹੁਣ ਜਿਹਨੂੰ ਤੇ ਝੂਠ ਬੋਲਣ ਵਿੱਚ ਰਸ ਆ ਰਿਹਾ ਹੈ, ਮਜ਼ਾ ਆ ਰਿਹਾ ਹੈ, ਉਹ ਤੇ ਝੂਠ ਬੋਲਦਾ ਰਹੇਗਾ ਨਾ। ਪਰ ਜਿਹੜਾ ਝੂਠ ਨੂੰ ਬੇਸਵਾਦਾ ਸਮਝ ਲਏਗਾ, ਸੱਚ ਦਾ ਸਵਾਦ ਤੇ ਉਹੀ ਚੱਖੇਗਾ ਨਾ ਵੀ ਸੱਚ ਹੁੰਦਾ ਕੀ ਹੈ। ਜਿਹੜਾ ਸਾਰੀ ਜ਼ਿੰਦਗੀ ਝੂਠ ਚੋਂ ਹੀ ਸਵਾਦ ਲੈਂਦਾ ਰਿਹਾ, ਉਹ ਸੱਚ ਨਾਲ ਕਿਵੇਂ ਜੁੜੇਗਾ? ਉਹਨੇ ਸੱਚ ਦਾ ਸਵਾਦ ਚੱਖ ਕੇ ਨਹੀਂ ਦੇਖਿਆ ਜੇ ਕਿ ਸੱਚ ਦਾ ਆਪਣਾ ਇੱਕ ਸਵਾਦ ਹੁੰਦਾ ਹੈ। ਸੱਚ ਦਾ ਸਵਾਦ ਤੇ ਇੰਨਾ ਹੁੰਦਾ ਕਿ ਜਿਨ੍ਹਾਂ ਨੇ ਸੱਚ ਦਾ ਸਵਾਦ ਇੱਕ ਵਾਰ ਚੱਖ ਲਿਆ, ਉਹਨਾਂ ਨੇ ਆਪਣੇ ਬੰਦ ਕਟਾ ਲਏ, ਪਰ ਇਹ ਸਵਾਦ ਸੱਚ ਵਾਲਾ ਛੱਡਿਆ ਨਹੀਂ। ਉਹਨਾਂ ਨੇ ਆਰੇ ਨਾਲ 2 ਟੁਕੜੇ ਕਰਾ ਲਏ, ਪਰ ਸੱਚ ਦਾ ਸਾਥ ਨਹੀਂ ਛੱਡਿਆ। ਉਹਨਾਂ ਨੂੰ ਸੱਚ ਇੰਨਾ ਹੀ ਸਵਾਦ ਲੱਗਿਆ, ਉਬਲਦੀ ਦੇਗ 'ਚ ਉਬਾਲੇ ਖਾ ਗਏ, ਪਰ ਸੱਚ ਨਹੀਂ ਛੱਡਿਆ ਉਹਨਾਂ ਨੇ। ਜਿਹੜਾ ਝੂਠ ਚੋਂ ਰਸ ਲੈਂਦਾ ਰਹੇਗਾ, ਉਹਨੂੰ ਕਿਵੇਂ ਪਤਾ ਲੱਗੇਗਾ ਸੱਚ ਦਾ ਸਵਾਦ ਕੀ ਹੈ?
ਜਿਸ ਦਿਨ ਕੋਈ ਝੂਠ ਨੂੰ ਛੱਡ ਕੇ ਸੱਚ ਨਾਲ ਜੁੜੇਗਾ, ਸੱਚ ਦਾ ਸਵਾਦ ਲਏਗਾ, ਸੱਚ ਦਾ ਰਸ ਲਏਗਾ, ਉਹ ਪਛਾਣ ਲਏਗਾ ਵੀ ਅਸਲੀ ਆਨੰਦ ਹੀ ਇਹ ਹੈ, ਅਸਲੀ ਰਸ ਹੀ ਇਹ ਹੈ। ਜਿਹੜਾ ਈਰਖਾ ਵਿੱਚ ਸੜ ਰਿਹਾ ਹੈ, ਜਿਹੜਾ ਕਿਸੇ ਨਾਲ ਨਫ਼ਰਤ ਕਰ ਰਿਹਾ ਹੈ, ਜਿਹੜਾ ਕਿਸੇ ਨਾਲ ਘਿਰਣਾ ਕਰਕੇ ਰਸ ਲੈ ਰਿਹਾ ਹੈ, ਉਹਨੂੰ ਪ੍ਰੇਮ ਚ ਰਸ ਕਿੱਥੋਂ ਆਏਗਾ? ਉਹਨੇ ਪ੍ਰੇਮ ਦਾ ਰਸ ਚੱਖਿਆ ਹੀ ਨਹੀਂ ਕਦੀ। ਹੁਣ ਉਹ ਈਰਖਾ ਛੱਡੇਗਾ ਤੇ ਪ੍ਰੇਮ ਦਾ ਰਸ ਮਾਣੇਗਾ ਨਾ। ਜਿਹੜਾ ਦੂਜਿਆਂ ਨੂੰ ਨੀਵਾਂ ਦਿਖਾ ਕੇ ਆਪ ਉੱਚਾ ਬਣਨ ਦੀ ਕੋਸ਼ਿਸ਼ ਕਰ ਰਿਹਾ, ਉਹ ਹੰਕਾਰ ਦਾ ਰਸ ਮਾਣ ਰਿਹਾ ਹੈ। ਮੈਂ ਮਾਇਆ ਕਰਕੇ ਉੱਚਾ ਹਾਂ, ਮੈਂ ਸਰੀਰ ਕਰਕੇ ਉੱਚਾ, ਮੈਂ ਤਾਕਤ ਕਰਕੇ ਉੱਚਾ, ਮੈਂ ਜਵਾਨੀ ਕਰਕੇ ਉੱਚਾ ਹਾਂ, ਮੈਂ ਪਦਵੀ ਕੁਰਸੀ ਕਰਕੇ ਉੱਚਾ। ਜਿਹੜਾ ਇਸ ਹੰਕਾਰ ਦੇ ਰਸ ਨੂੰ ਮਾਣ ਰਿਹਾ, ਉਹਨੂੰ ਕੀ ਪਤਾ ਨਿਮਰਤਾ ਦਾ ਰਸ ਕੀ ਹੁੰਦਾ ਹੈ। ਪਰ ਜਿਹਨੇ ਹੰਕਾਰ ਦਾ ਰਸ ਛੱਡ ਦਿੱਤਾ, ਨਿਮਰਤਾ ਦਾ ਰਸ ਲੈ ਲਿਆ, ਉਹੀ ਇਸ ਰਸ ਨੂੰ ਪਛਾਣਦਾ ਹੈ। ਉਹਨੂੰ ਪਤਾ ਹੈ ਰਸ ਹੈ ਕੀ। ਜਿਹਨੂੰ ਇੱਕ ਵਾਰ ਨਿਮਰਤਾ ਦਾ ਰਸ ਲੱਗ ਗਿਆ, ਉਹ ਹੰਕਾਰ ਨੂੰ ਫੋਕਾ ਸਵਾਦ ਸਮਝ ਕੇ ਫਿਰ ਛੱਡ ਦਿੰਦਾ ਹੈ। ਉਹਦੇ ਪਾਸ ਜਾਂਦਾ ਹੀ ਨਹੀਂ ਕੋਈ। ਹੋਏ ਨਿਰਸ, ਜਿਹਨੇ ਹੰਕਾਰ ਨੂੰ ਫਿੱਕਾ ਜਾਣ ਲਿਆ, ਬੇਸਵਾਦਾ ਜਾਣ ਲਿਆ, ਸੋ ਰਸ ਪਹਿਚਾਨਿਆ। ਉਹਨੇ ਉਹ ਵਾਲਾ ਗੁਣਾ ਦਾ ਰਸ ਜਾਣ ਲਿਆ, ਗੁਣਾ ਦੇ ਰਸ ਨੂੰ ਪਛਾਣ ਕੇ ਆਨੰਦ ਲੈ ਲਿਆ। ਇਹ ਰਸ ਛਾੜੇ ਉਹ ਰਸ ਆਵਾ, ਆਵਾ ਮੈਨੇ ਆ ਗਿਆ। ਇਹ ਰਸ ਛਾੜੇ, ਜਿਹਨੇ ਦੁਨੀਆ ਵਾਲੇ ਰਸ ਛੱਡ ਦਿੱਤੇ, ਜਿਹਨੇ ਮਾਇਆ ਦੇ ਚਸਕੇ ਛੱਡ ਦਿੱਤੇ, ਉਹਨੂੰ ਉਹ ਪ੍ਰਭੂ ਦੇ ਹਰੀ ਦਾ ਰਸ ਆ ਗਿਆ, ਪ੍ਰਭੂ ਦੇ ਗੁਣਾ ਦਾ ਰਸ ਆ ਗਿਆ। ਜਿਹਨੇ ਨਾ ਵਿਕਾਰਾਂ ਦੇ ਰਸ ਛੱਡ ਦਿੱਤੇ, ਉਹਨੂੰ ਗੁਣਾ ਦਾ ਰਸ ਆ ਗਿਆ। ਜਿਹਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰਸ ਤਿਆਗ ਦਿੱਤੇ, ਉਹਨੂੰ ਸਤ, ਸੰਤੋਖ, ਦਇਆ, ਧਰਮ, ਧੀਰਜ ਦਾ ਰਸ ਆ ਗਿਆ। ਹੁਣ ਜਿਹੜਾ ਵਿਕਾਰ ਛੱਡੇਗਾ, ਉਹੀ ਗੁਣਾ ਦਾ ਰਸ ਮਾਣੇਗਾ ਨਾ। ਜਿਨ੍ਹਾਂ ਨੇ ਉਹ ਰਸ ਪੀ ਲਿਆ ਸੱਚ ਦਾ, ਉਹ ਫਿਰ ਸੱਚ ਨੂੰ ਛੱਡਦੇ ਨਹੀਂ ਹਨ। ਜਿਨ੍ਹਾਂ ਨੇ ਇੱਕ ਵਾਰ ਨਿਰਭੈਤਾ ਦਾ ਰਸ ਪੀ ਲਿਆ, ਮੌਤ ਵੀ ਉਹਨਾਂ ਨੂੰ ਡਰਾ ਨਹੀਂ ਸਕਦੀ। ਫਿਰ ਤਸੀਹੇ ਵੀ ਉਹਨੂੰ ਡਰਾ ਨਹੀਂ ਸਕਦੇ। ਜਿਹਨੇ ਨਿਰਭੈਤਾ ਦਾ ਆਨੰਦ ਮਾਣ ਲਿਆ, ਦੁਨੀਆ ਦੀ ਕੋਈ ਚੀਜ਼ ਉਹਨੂੰ ਡਰਾ ਨਹੀਂ ਸਕਦੀ। ਉਹਨੂੰ ਫਿਰ ਝੂਠ, ਫਰੇਬ, ਬੇਈਮਾਨੀਆਂ ਇਹ ਚੰਗੀਆਂ ਨਹੀਂ ਲੱਗਦੀਆਂ। ਉਹਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚੰਗੇ ਨਹੀਂ ਲੱਗਦੇ। ਆਸਾ, ਤ੍ਰਿਸ਼ਨਾ, ਨਿੰਦਿਆ, ਚੁਗਲੀ, ਝੂਠ ਚੰਗੇ ਨਹੀਂ ਲੱਗਦੇ। ਜਿਨ੍ਹਾਂ ਨੇ ਆ ਵਿਕਾਰਾਂ ਵਾਲੇ ਰਸ ਛੱਡ ਕੇ ਉਸ ਰਸ ਨੂੰ ਮਾਣ ਲਿਆ, ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੇ ਫਿਰ ਉਹ ਰਸ ਇੱਕ ਵਾਰ ਪੀ ਲਿਆ, ਸੱਚ ਦਾ ਰਸ ਪੀ ਲਿਆ, ਉਹਨੂੰ ਫਿਰ ਝੂਠ ਦਾ ਰਸ ਚੰਗਾ ਨਹੀਂ ਲੱਗਦਾ। ਜਿਹਨੇ ਇੱਕ ਵਾਰ ਪ੍ਰੇਮ ਨੂੰ ਮਾਣ ਲਿਆ, ਉਹ ਫਿਰ ਨਫ਼ਰਤ ਵਿੱਚ ਜੂਣਾ ਛੱਡ ਦਿੰਦਾ ਹੈ। ਉਹ ਫਿਰ ਕਿਸੇ ਨਾਲ ਈਰਖਾ ਨਹੀਂ ਕਰਦਾ। ਜਿਹੜਾ ਨਿਮਰਤਾ ਦਾ ਰਸ ਨੂੰ ਮਾਣ ਲੈਂਦਾ ਹੈ, ਉਹ ਫਿਰ ਹੰਕਾਰ ਦੀਆਂ ਗੱਲਾਂ ਕਰਦਾ ਹੀ ਨਹੀਂ ਹੈ। ਜਿਹਨੇ ਸਬਰ, ਸੰਤੋਖ ਦਾ ਰਸ ਮਾਣ ਲਿਆ, ਉਹ ਫਿਰ ਲਾਲਚ ਤੇ ਤ੍ਰਿਸ਼ਨਾ ਦੀਆਂ ਦੌੜਾਂ ਛੱਡ ਦਿੰਦਾ ਹੈ। ਜਿਹਨੇ ਉਹ ਸੱਚ ਦਾ, ਪ੍ਰਭੂ ਦਾ ਰਸ ਮਾਣ ਲਿਆ, ਉਹ ਫਿਰ ਵਿਕਾਰਾਂ ਦੇ ਰਸ ਉਹਨੂੰ ਚੰਗੇ ਹੀ ਨਹੀਂ ਲੱਗਦੇ। ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਉਹ ਰਸ ਪੀ ਲਿਆ ਇੱਕ ਵਾਰੀ, ਉਦੋਂ ਦੁਨਿਆਵੀ ਰਸ ਚੰਗੇ ਨਹੀਂ ਲੱਗਦੇ। ਹਾਥੀ ਨੂੰ ਕੇਲਿਆਂ ਦੇ ਵਿੱਚੋਂ ਰਸ ਆਣਾ ਸ਼ੁਰੂ ਹੋ ਜਾਏ, ਬਾਕੀ ਚੀਜ਼ਾਂ ਵੱਲ ਮੂੰਹ ਮਾਰਦਾ ਹੀ ਨਹੀਂ ਹੈ। ਜਿਹਨੇ ਸਮੁੰਦਰ ਹੀ ਵੇਖ ਲਿਆ, ਥਾ ਸਾਗਰ ਸਮੁੰਦਰ, ਔਰ ਕੀਮਤੀ ਨੀਲਾ ਪਾਣੀ ਦੂਰ ਦੂਰ ਤੱਕ ਫੈਲਿਆ ਹੋਇਆ ਸਾਗਰ, ਜਿਹਨੇ ਸਮੁੰਦਰ ਵੇਖ ਲਿਆ, ਉਹਨੂੰ ਫਿਰ ਛੱਪੜ ਥੋੜੇ ਚੰਗਾ ਲੱਗਦੇ ਨੇ, ਉਹਨੂੰ ਨਿੱਕੇ ਨਿੱਕੇ ਟੋਭੇ ਥੋੜੇ ਚੰਗੇ ਲੱਗਦੇ ਨੇ। ਫਿਰ ਜਿਹਨੇ ਗੁਲਾਬ ਦੀ ਸੁਗੰਧੀ ਨੂੰ ਮਾਣ ਲਿਆ, ਜਿਹਨੇ ਫੁੱਲਾਂ ਦੇ ਖੁਸ਼ਬੂ ਨੂੰ ਮਾਣ ਲਿਆ, ਉਹ ਫਿਰ ਕੂੜਿਆਂ ਦੇ ਢੇਰ ਤੇ ਥੋੜੇ ਜਾਏਗਾ, ਉਹ ਰੂੜੀਆਂ ਤੇ ਥੋੜੇ ਜਾਏਗਾ। ਕੋਈ ਕਹੇ ਚੱਲ ਚਲੀਏ ਬਾਹਰ ਘੁੰਮਣ, ਕਿੱਥੇ? ਰੂੜੀਆਂ ਤੇ। ਉਹ ਕਹੇ ਛੱਡ ਪਰਾਂ, ਮੈਂ ਰੋਜ਼ ਗਾਰਡਨ ਰੋਜ਼ ਘੁੰਮਦਾ ਵਾਂ, ਆ ਤੈਨੂੰ ਮੈਂ ਅੱਜ ਤੈਨੂੰ ਬਾਗ ਚ ਲੈ ਕੇ ਜਾਵਾਂ, ਉਹ ਸੁਗੰਧੀ ਦਿਖਾਵਾਂ। ਜਿੱਦਣ ਤੋਂ ਇੱਧਰ ਆ ਕੇ ਘੁੰਮਣਾ ਸ਼ੁਰੂ ਕਰ ਦੇਗਾ, ਰੂੜੀਆਂ ਵਾਲੇ ਪਾਸੇ ਨਹੀਂ ਜਾਏਗਾ। ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿੰਨੇ ਉਹ ਰੱਬੀ ਗੁਣਾ ਦਾ ਰਸ ਮਾਣ ਲਿਆ, ਹੁਣ ਫਿਰ ਔਗਣ ਚੰਗੇ ਹੀ ਨਹੀਂ ਲੱਗਦੇ। ਜਿਹਨੇ ਮਿਠਾਸ ਦਾ ਰਸ ਮਾਣ ਲਿਆ, ਉਹਨੂੰ ਕ੍ਰੋਧ ਚੰਗਾ ਹੀ ਨਹੀਂ ਲੱਗਦਾ, ਫਿਰ ਉਹ ਕਰਦਾ ਹੀ ਨਹੀਂ ਹੈ। ਜਿਹਨੇ ਵਿਕਾਰਾਂ ਦੀ ਦੌੜ ਛੱਡ ਦਿੱਤੀ, ਉਹ ਸਹਿਜ ਨੂੰ ਮਾਣ ਲਿਆ। ਜਿਹਨੇ ਜਿਹੜਾ ਸਹਿਜ ਨੂੰ ਮਾਣ ਲੈਂਦਾ, ਵਿਕਾਰਾਂ ਦੀ ਦੌੜ ਦੌੜਦਾ ਹੀ ਨਹੀਂ ਹੈ। ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਲੱਲਾ ਐਸੇ ਲਿਵ ਮਨ ਲਾਵੇ। ਹੁਣ ਲੱਲੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਸਮਝਾ ਰਹੇ ਨੇ, ਲੱਲਾ ਐਸੇ ਲਿਵ ਮਨ ਲਾਵੇ। ਐਸੇ ਲਿਵ ਮੈਨੇ ਅਜਿਹੇ ਤਰੀਕੇ ਦੇ ਨਾਲ, ਐਸੇ ਮੈਨੇ ਇਸ ਤਰੀਕੇ ਦੇ ਨਾਲ। ਹੁਣ ਲੱਲੇ ਅੱਖਰ ਦੇ ਰਾਹੀਂ ਸਮਝਾ ਰਹੇ ਨੇ, ਲੱਲਾ ਐਸੇ ਮੈਨੇ ਇਹੋ ਜਿਹੇ ਤਰੀਕੇ ਦੇ ਨਾਲ, ਇਸ ਢੰਗ ਦੇ ਨਾਲ,
इस तरकीब दे नाल लिव लिव ला लवे, लिव मन लावे, मनुख दा मन लगनता च लग जाए, लिव दे विच लग जाए। लिव दा मतलब ये नहीं अखां मीट के समाधि ला लेनी, लिव दा मतलब इत्थे समाधि नहीं, लिव दा मतलब लगन, लगन दे नाल जुड़ जाए, पूरी तांग दे नाल जुड़ जाए, पूरी एकाग्रता दे नाल मन जुड़ जाए सच दे नाल, पूरी एकाग्रता दे नाल सच बोलण लग जाए, पूरी लगन दे नाल प्रेम करन लग जाए, पूरी दृढ़ता दे नाल रजा विच आ जाए, पूरी लिव लगा के, पूरी लगन लगा के गुरबाणी दे नाल सांझ पा लवे, खुश रहना सीख जाए, सिद्धांतां दी पालना करन लग जाए, पूरी लिव लगा के लगन दे नाल, इत्थे लिव दा मतलब पूरी लगन लगा के गुरु दे आशे मुताबिक जिंदगी जिउणी शुरू कर देवे। जे इस तरीके दे नाल कोई पूरी एकाग्रता दे नाल लगन लगा लवे गुणां दे विच, सच विच जिहदी लगन लग जाए, ईमानदारी विच जिहदी लगन लग जाए, दया विच जिहदी लगन लग जाए, प्रेम विच जिहदी लगन लग जाए, फिर की होएगा? अनंत ना जाए परम सच पावे। अनंत मैंने होर पासे, होर थां था, होर पासे ना जाए मैंने ज्यादा नहीं, भटकदा नहीं फिर। परम मैंने सब तो उच्चा, सब तो महान, वो है प्रभु, वो है सच, वो है रब्बी गुण, वो है आत्मिक आनंद, वो है आत्मिक आनंद दी अवस्था, वो है परम पदवी, वो है रब दा रूप हो जाना, सच दी अवस्था विच जिंदगी जीवना। अनंत ना जाए, जो पूरी एकाग्रता दे नाल वो गुणां दे नाल लगन ला लैंदा वै ते की हुंदा है, फिर गुणां नूं छड्ड के होर किसे पासे जांदा नहीं है। अनंत ना जाए, किसी होर पासे जाए ही ना, फिर ऐसी लगन लग जाए कि सच नूं छड्ड के झूठ वल जाए ही ना, प्रेम नूं छड्ड के क्रोध वाले पासे जाए ही ना, ते की होएगा? परम सच पावे, वो महान सच नूं प्राप्त कर लेगा, ਜਿਹੜਾ ਇੱਕ ਪਲ ਲਈ ਵੀ ਦੂਜੇ ਪਾਸੇ ਨਹੀਂ ਜਾਂਦਾ, ਜਿਹਦੇ ਅੰਦਰ ਫੁਰਨਾ ਵੀ ਨਹੀਂ ਫੁਰਦਾ ਕਿ ਮੈਂ ਝੂਠ ਬੋਲਾਂ। ਹੁਣ ਜਿਹਦੇ ਅੰਦਰ ਇਹ ਸੋਚ ਵੀ ਨਹੀਂ ਆਂਦੀ ਮੈਂ ਕਿਸੇ ਗਰੀਬ ਦਾ ਹੱਕ ਮਾਰ ਲਵਾਂ, ਜਿਹਦੇ ਅੰਦਰ ਇਹ ਸੋਚ ਹੀ ਮਰ ਗਈ ਕਿ ਮੈਂ ਲਾਲਚ ਕਰਾਂ, ਕਿਸੇ ਦੀ ਚੀਜ਼ ਚੁੱਕ ਕੇ ਚੋਰੀ ਕਰ ਲਵਾਂ, ਜਿਹੜਾ ਇਹ ਲਗਨ ਲਗਾ ਲੈਂਦਾ ਹੈ ਨਾ, ਉਹ ਫਿਰ ਹੋਰ ਪਾਸੇ ਜਾਂਦਾ ਹੀ ਨਹੀਂ। ਜਿਹੜਾ ਗੁਨਾਹ ਦੇ ਨਾਲ ਲਗਨ ਲਗਾ ਲੈਂਦਾ ਹੈ, ਐਸੀ ਲਗਨ ਲੱਗ ਜਾਏ, ਅਨੰਤ ਨਾ ਜਾਏ, ਫਿਰ ਕਿਸੇ ਹੋਰ ਪਾਸੇ ਜਾਏ ਨਾ, ਉਹ ਪਰਮ ਸੱਚ ਪਾਵੇ ਤੇ ਉਹ ਪਰਮ ਸੱਚ ਨੂੰ ਪ੍ਰਾਪਤ ਕਰ ਲਏਗਾ। ਉਹਨੂੰ ਪਰਮ ਸੱਚਾਈ ਪਤਾ ਲੱਗ ਜਾਏਗੀ ਵੀ ਸੱਚ ਕੀ ਹੈ। ਇਹ ਸੱਚ ਸਭਨਾ ਦਾ ਖਸਮ ਹੈ, ਜਿਸ ਬਖਸ਼ੇ ਸੋਜਨ ਪਾਏ। ਉਹ ਸੱਚ ਖਸਮ ਪ੍ਰਭੂ ਨਾਲ ਜੁੜ ਜਾਏਗਾ, ਸੱਚ ਉਹਦਾ ਪ੍ਰਭੂ ਹੋ ਜਾਏਗਾ, ਸੱਚ ਉਹਦਾ ਮਾਲਿਕ ਹੋ ਜਾਏਗਾ। ਉਹ ਸੱਚ ਦੇ ਆਧਾਰ ਤੇ ਹੀ ਜ਼ਿੰਦਗੀ ਜੀਵੇਗਾ। ਉਹਦੀ ਜ਼ਿੰਦਗੀ ਦਾ ਬੇਸ ਪ੍ਰਭੂ ਹੋਏਗਾ, ਪ੍ਰਭੂ ਦਾ ਸੱਚ ਹੋਏਗਾ, ਪ੍ਰਭੂ ਦਾ ਨਾਮ ਹੋਏਗਾ। ਸੱਚ ਨੂੰ ਆਧਾਰ ਬਣਾ ਕੇ ਆਪਣੀ ਜ਼ਿੰਦਗੀ ਨੂੰ ਜੀਵੇਗਾ। ਗੱਲ ਕਿ ਜਿਸ ਪਾਸੇ ਸਾਡੀ ਲਗਨ ਹੁੰਦੀ ਨਾ, ਅਸੀਂ ਉਹ ਚੀਜ਼ ਪ੍ਰਾਪਤ ਕਰ ਲੈਂਦੇ ਹਾਂ। ਆਮ ਲੋਕਾਂ ਵੱਲ ਦੇਖੋ, ਕਿਸੇ ਦੀ ਲਗਨ ਹੈਗੀ ਝੂਠ ਬੋਲਣ ਦੀ, ਉਹ ਝੂਠ ਬੋਲ ਕੇ ਬੜਾ ਰਸ ਲੈ ਰਹੇ ਨੇ, ਉਹਨਾਂ ਨੂੰ ਮਜ਼ਾ ਆਉਂਦਾ ਝੂਠ ਬੋਲਣ ਚ। ਕਿਸੇ ਦੀ ਲਗਨ ਨਿੰਦਿਆ ਚ ਲੱਗੀ ਹੋਈ ਹੈ, ਉਹ ਨਿੰਦਿਆ ਕਰਦੇ ਨੇ, ਰਸ ਲਈ ਜਾਂਦੇ ਨੇ, ਬੜਾ ਮਜ਼ਾ ਆਉਂਦਾ ਉਹਨਾਂ ਨੂੰ। ਇੱਕ ਦੀ ਨਿੰਦਿਆ ਕੀਤੀ, ਫਿਰ ਦੂਜੇ ਦੀ, ਫਿਰ ਤੀਜੇ ਦੀ। ਜਿਹਦੀ ਨਿੰਦਿਆ ਸਾਡੇ ਕੋਲ ਕਰਦੇ ਨੇ, ਅਸੀਂ ਖੁਸ਼ ਹੁੰਦੇ ਹਾਂ, ਉਹਦੇ ਕੋਲ ਜਾ ਕੇ ਫਿਰ ਸਾਡੀ ਕਰੀ ਜਾਂਦੇ ਨੇ, ਅਸੀਂ ਉਹਨੂੰ ਮਿੱਤਰ ਸਮਝੀ ਜਾਂਦੇ ਹਾਂ, ਦੂਜੇ ਪਾਸੇ ਜਾ ਕੇ ਸਾਡੀ ਵੀ ਕਰਦੇ ਨੇ। ਜਿਹਦੀ ਨਿੰਦਿਆ ਚ ਲਗਨ ਲੱਗ ਜਾਂਦੀ ਹੈ, ਉਹ ਨਿੰਦਿਆ ਨਾਲ ਜੁੜ ਜਾਂਦਾ ਹੈ। ਜਿਹਦੀ ਲੜਾਈਆਂ ਝਗੜਿਆਂ ਦੰਗਿਆਂ ਫਸਾਦਾਂ ਨਾਲ ਲਗਨ ਲੱਗ ਜਾਂਦੀ ਹੈ, ਉਹ ਲੜਾਈਆਂ ਝਗੜੇ ਕਰੀ ਜਾਂਦੇ ਨੇ। ਪਰ ਜਿਹਦੀ ਲਗਨ ਸੱਚ ਨਾਲ ਲੱਗ ਜਾਂਦੀ ਹੈ, ਉਹ ਫਿਰ ਚੰਗਾ ਜੀਵਨ ਜਿਉਂਦਾ ਹੈ। ਜਿਹੜੇ ਸੱਚ ਵਿੱਚ ਲਗਨ ਜੋੜ ਲੈਂਦੇ ਨੇ, ਉਹ ਸੱਚ ਵਿੱਚ ਜਿਉਂਦੇ ਨੇ। ਗੱਲ ਤੇ ਲਗਨ ਦੀ ਹੈ, ਲਗਨ ਵਿੱਚ ਜੋ ਚਾਹੋਗੇ ਉਹ ਪਾ ਲਓਗੇ। ਕਿਸੇ ਵੀ ਪੱਖ ਦੀ ਲਗਨ ਤੁਹਾਨੂੰ ਮੰਜ਼ਿਲ ਚ ਲੈ ਜਾਏਗੀ। ਜੇ ਕੋਈ ਚੋਰੀ ਚ ਲਗਨ ਲਗਾਏਗਾ, ਉਹ ਮਹਾਨ ਚੋਰ ਬਣ ਜਾਏਗਾ। ਜੇ ਕੋਈ ਲੁੱਟ ਖੋਹ ਚ ਲਗਨ ਪਾਏਗਾ, ਉਹ ਮਹਾਨ ਲੁਟੇਰਾ ਬਣ ਜਾਏਗਾ। ਤੇ ਜੇ ਕੋਈ ਸੱਚ ਦੇ ਨਾਲ ਲਗਨ ਲੱਗ ਜਾਏਗਾ, ਉਹ ਮਹਾਨ ਸਚਿਆਰ ਮਨੁੱਖ ਹੋ ਜਾਏਗਾ। ਜਿਹੜਾ ਕੋਈ ਗੁਣਾਂ ਦੇ ਨਾਲ ਲਗਨ ਲਾਏਗਾ, ਗੁਣਵਾਨ ਹੋ ਜਾਏਗਾ। ਜਿਹੜਾ ਰਾਜਨੀਤੀ ਚ ਲਗਨ ਲਾਏਗਾ, ਰਾਜਨੀਤੀ ਚ ਲਗਨ ਲਗਾ ਕੇ ਇੱਕ ਇੱਕ ਪੌੜੀ ਚੜ ਕੇ ਉਹ ਬੜੀ ਉੱਚੇ ਪਦਵੇ ਤੇ ਪਹੁੰਚ, ਉੱਚੇ ਅਹੁਦੇ ਤੇ ਪਹੁੰਚ ਜਾਏਗਾ। ਜਿਹੜਾ ਆਰਥਿਕ ਜੀਵਨ ਵਿੱਚ ਲਗਨ ਲਗਾਏਗਾ, ਉਹ ਆਪਣੇ ਬਿਜ਼ਨਸ ਦਾ ਵਿਕਾਸ ਕਰ ਲਏਗਾ, ਆਪਣੀ ਦੁਕਾਨਦਾਰੀ ਵਧਾ ਲਏਗਾ, ਕੰਮਕਾਰ ਵਧਾ ਲਏਗਾ, ਅਮੀਰ ਹੋ ਜਾਏਗਾ। ਜਿਹੜਾ ਸਮਾਜਿਕ ਜੀਵਨ ਵਿੱਚ ਲਗਨ ਲਗਾਏਗਾ, ਸਮਾਜ ਵਿੱਚ ਉਹਦਾ ਇੱਜ਼ਤ ਨਾਮ ਬਣ ਜਾਏਗਾ, ਉਹਦੇ ਰਿਸ਼ਤੇਦਾਰ ਮਿੱਤਰ ਜ਼ਿਆਦਾ ਹੋਣਗੇ, ਉਹਦਾ
ਦਾਇਰਾ ਵੱਡਾ ਹੋ ਜਾਏਗਾ, ਦੋਸਤੀ ਮਿੱਤਰਤਾ ਦਾ ਦਾਇਰਾ, ਜਾਣ ਪਛਾਣ ਦਾ ਦਾਇਰਾ ਵੱਡਾ ਹੋ ਜਾਏਗਾ। ਸੋਸ਼ਲ ਕੰਮਾਂ ਵਿੱਚ ਜਿਹਦੀ ਲਗਨ ਲੱਗ ਗਈ ਉਹਦੀ ਪਛਾਣ ਦੂਰ ਦੂਰ ਤੱਕ ਹੋ ਜਾਏਗੀ। ਇਸੇ ਤਰ੍ਹਾਂ ਜਿਹਨੇ ਧਾਰਮਿਕ ਦੁਨੀਆ ਵਿੱਚ ਲਗਨ ਲਗਾਈ, ਧਰਮ ਨਾਲ ਜੁੜ ਗਿਆ, ਉਹ ਧਰਮ ਦੇ ਵਿੱਚ ਮਹਾਨ ਹੋ ਜਾਏਗਾ। ਜਿਹੜਾ ਸ਼ੁਭ ਗੁਣਾਂ ਨਾਲ ਲਗਨ ਲਾ ਲਏਗਾ ਉਹ ਸ਼ੁਭ ਗੁਣਾਂ 'ਚ ਮਹਾਨ ਹੋ ਜਾਏਗਾ। ਗੱਲ ਤੇ ਲਗਨ ਲਾਣ ਦੀ ਹੈ। ਲੱਲਾ ਐਸੇ ਲਿਵ ਮਨ ਲਾਵੇ, ਇਹੋ ਜਿਹੀ ਲਗਨ ਲੱਗ ਜਾਏ। ਥਾਮਸ ਅਲਵਾ ਐਡੀਸਨ ਦੇ ਵਿੱਚ ਕਿੰਨੀ ਲਗਨ ਸੀ। ਉਹ ਬਲਬ ਬਣਾ ਰਿਹਾ, ਫੇਲ ਹੋ ਗਿਆ। ਦੂਜੀ ਵਾਰ ਫਿਰ ਬਣਾਇਆ, ਫੇਲ ਹੋ ਗਿਆ। ਤੀਜੀ ਵਾਰ ਫਿਰ ਬਣਾਇਆ, ਫੇਲ ਹੋ ਗਿਆ। ਇੱਕ ਵਾਰ ਥੋੜੀ ਹੋਇਆ, 10 ਵਾਰ, 20 ਵਾਰ, 50 ਵਾਰ, 100 ਵਾਰ, 200 ਵਾਰ, 400 ਵਾਰ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਛੱਡ ਪਰਾਂ, ਇਹ ਬਲਬ ਨੇ ਨਹੀਂ ਜਗਣਾ ਤੇ ਤੋਂ। ਏਦਾਂ ਥੋੜੀ ਜਗਦੇ ਹੁੰਦੇ ਨੇ ਬਲਬ। ਰਿਸ਼ਤੇਦਾਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਕਿਹੜੇ ਚੱਕਰਾਂ 'ਚ ਪਿਆ। ਗੁਆਂਢੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਕਿਹੜੇ ਚੱਕਰਾਂ 'ਚ ਪਿਆ। ਘਰ ਦੇ ਕਹਿਣ ਲੱਗ ਪਏ, ਇਹ ਬਲਬ ਨੇ ਨਹੀਂ ਜਗਣਾ। ਪਰ ਉਸ ਬੰਦੇ ਦੀ ਕਿੰਨੀ ਲਗਨ ਸੀ, ਉਹਨੇ ਬੜੀ ਦ੍ਰਿੜਤਾ ਨਾਲ ਕਿਹਾ, ਇਹ ਬਲਬ ਜਗੇਗਾ। ਕਿੰਨੀ ਤਗੜੀ ਲਗਨ ਹੋਏਗੀ ਇਸ ਬੰਦੇ ਦੀ ਕਿ ਨਾ ਨਾ ਇਹ ਬਲਬ ਜ਼ਰੂਰ ਜਗੇਗਾ। 500 ਵਾਰ ਫੇਲ ਹੋਇਆ, 600 ਵਾਰ, 800 ਵਾਰ, 900 ਵਾਰ ਫੇਲ ਹੋਇਆ, ਨਹੀਂ ਜਗਿਆ ਬਲਬ। 999 ਵਾਰ ਫੇਲ ਹੋਇਆ, 1000ਵੀਂ ਵਾਰ ਜਾ ਕੇ ਬਲਬ ਜਗ ਹੀ ਗਿਆ। ਲਗਨ ਸੀ ਨਾ ਉਹਦੀ, ਪਿੱਛੇ ਨਹੀਂ ਹਟਿਆ। ਪੂਰੀ ਲਗਨ ਦੇ ਨਾਲ, ਦ੍ਰਿੜਤਾ ਦੇ ਨਾਲ ਉਹ ਲੱਗਿਆ ਰਿਹਾ। ਆਖਰ ਲਗਨ 'ਚ ਪੂਰਾ ਉਤਰਿਆ। ਲਗਨ ਹੋਵੇ ਤੇ ਕੀ ਨਹੀਂ ਹੋ ਸਕਦਾ। ਮੁਹੰਮਦ ਗੋਰੀ ਨੇ ਕਿੰਨੀ ਵਾਰ ਹਮਲੇ ਕੀਤੇ, ਮਹਿਮੂਦ ਗਜ਼ਨਵੀ ਨੇ ਕਿੰਨੀ ਵਾਰ ਹਮਲੇ ਕੀਤੇ, ਔਰ ਜਿੰਨੀ ਵਾਰ ਉਹ ਹਮਲਾ ਕਰਦਾ ਰਿਹਾ, ਹਾਰਦਾ ਗਿਆ, ਹਾਰਦਾ ਗਿਆ। ਇੱਕ ਵਾਰ ਹਾਰਿਆ, 2 ਵਾਰ ਹਾਰਿਆ, 3 ਵਾਰ ਹਾਰਿਆ। ਰਿਸ਼ਤੇਦਾਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਛੱਡ ਪਰਾਂ, ਤੇ ਤੂੰ ਜਿੱਤਿਆ ਨਹੀਂ ਜਾਣਾ। ਪਤਨੀ ਵੀ ਕਹਿਣ ਲੱਗ ਪਈ ਹੋਏਗੀ ਵੀ ਕਿਹੜੇ ਚੱਕਰਾਂ 'ਚ ਪਿਆ, ਛੱਡ ਪਰਾਂ, ਨਹੀਂ ਜਿੱਤਿਆ ਜਾਂਦਾ ਨਾ ਸਹੀ। ਫੌਜਾਂ ਨੇ ਵੀ ਕਹਿ ਦਿੱਤਾ ਹੋਣਾ ਕਿ ਅਸੀਂ ਹੱਥ ਖੜੇ ਕੀਤੇ, ਅਸੀਂ। ਉਹ ਆਖਦੇ ਨਹੀਂ, ਇੱਕ ਵਾਰ ਹੋਰ ਕੋਸ਼ਿਸ਼ ਕਰਦੇ ਕਿ ਦੇਖ ਲਈਏ, ਇੱਕ ਵਾਰ ਹੋਰ ਕੋਸ਼ਿਸ਼ ਕਰਕੇ ਦੇਖ ਲਈਏ। 17ਵੀਂ ਵਾਰ ਉਹਨੇ ਜਾ ਕੇ ਜਿੱਤ ਹਾਸਲ ਕੀਤੀ। ਲਗਨ ਸੀ ਨਾ। ਇਸੇ ਤਰ੍ਹਾਂ ਜਦੋਂ ਅਸੀਂ ਇਤਿਹਾਸ ਨੂੰ ਚੁੱਕ ਕੇ ਦੇਖਦੇ ਹਾਂ, ਕਿੰਨੇ ਲਗਨ ਵਾਲੇ ਸਿੱਖ ਨੇ। ਛੋਟੇ ਘੱਲੂਘਾਰੇ 'ਚ ਕਿੰਨੇ ਸਿੱਖ ਸ਼ਹੀਦ ਹੋਏ, ਵੱਡੇ ਘੱਲੂਘਾਰੇ 'ਚ ਇੱਕੋ ਦਿਨ 'ਚ 30,000 ਸਿੱਖ ਸ਼ਹੀਦ ਹੋ ਗਏ। ਅੱਧੀ ਕੌਮ ਲਗਭਗ ਖਤਮ ਹੋ ਗਈ। ਪਰ ਸਿੱਖ ਹਿੰਮਤ ਨਹੀਂ ਹਾਰੇ, ਲਗਨ ਸੀ। ਉਹਨਾਂ ਦੀ ਲਗਨ ਸੀ, ਅਸੀਂ ਜ਼ੁਲਮ ਦੇ ਨਾਲ ਟਾਕਰਾ ਕਰਨਾ ਹੈ। ਉਹਨਾਂ ਦੀ ਲਗਨ ਹੈ। ਹੁਣ ਜਿਨ੍ਹਾਂ ਦੀ ਲਗਨ ਹੋਵੇ, ਸੀ ਜ਼ੁਲਮ ਦਾ ਟਾਕਰਾ ਕਰਨਾ ਹੀ ਕਰਨਾ ਹੈ। ਅੱਧੀ ਕੌਮ ਇੱਕ ਦਿਨ ਸ਼ਹੀਦ ਹੋ ਗਈ ਵੱਡੇ ਘੱਲੂਘਾਰੇ 'ਚ, ਅਜੇ 6 ਮਹੀਨੇ ਨਹੀਂ ਸੀ ਪਏ, ਉਹਨਾਂ ਜਾ ਕੇ ਫਿਰ ਹਮਲਾ ਕਰ ਦਿੱਤਾ ਤੇ ਲਾਹੌਰ ਤੇ ਕਬਜ਼ਾ ਕਰ ਲਿਆ। ਲਗਨ ਸੀ ਨਾ। ਲਗਨ ਤੋਂ ਬਿਨਾਂ ਕੁਝ ਨਹੀਂ। ਬੰਦਾ ਕੁਝ ਵੀ ਕਰਨ ਦੀ ਲਗਨ ਲਗਾ ਲਵੇ ਨਾ, ਵੀ ਮੈਂ ਕਰਕੇ ਛੱਡਣਾ ਹੈ, ਤੇ ਉਹ ਕਰ ਲਏਗਾ। ਤੇ ਜੇ ਬੰਦਾ ਸੱਚ ਬੋਲਣ ਦੀ ਲਗਨ ਧਾਰਨ ਕਰ ਲਵੇ ਕਿ ਮੈਂ ਸੱਚ ਹੀ ਬੋਲਣਾ ਹੈ, ਚਾਹੇ ਸਾਰੀ ਦੁਨੀਆ ਮੇਰੀ ਦੁਸ਼ਮਣ ਹੋ ਜਾਏ, ਲੋਕ ਮੈਨੂੰ ਜੇਲ੍ਹ 'ਚ ਪਾ ਦੇਣ, ਭਾਵੇਂ ਮੇਰੇ ਤੇ ਕਿੱਡੇ ਜ਼ੁਲਮ ਹੋਣ, ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਕਿਆਮਤ ਆ ਜਾਏ, ਪਰ ਮੈਂ ਸੱਚ ਹੀ ਬੋਲਾਂਗਾ, ਭਾਵੇਂ ਇਹਦੀ ਮੈਨੂੰ ਕਿੱਡੀ ਵੱਡੀ ਕੀਮਤ ਕਿਉਂ ਨਾ ਅਦਾ ਕਰਨੀ ਪਵੇ। ਜਿਹੜਾ ਬੰਦਾ ਲਗਨ ਦੇ ਨਾਲ ਸੱਚ ਬੋਲਣਾ ਸ਼ੁਰੂ ਕਰ ਲਏਗਾ, ਉਹ ਸੱਚ ਨੂੰ ਪਾ ਲਏਗਾ। ਉਹ ਫਿਰ ਝੂਠ ਵਾਲੇ ਪਾਸੇ ਨਹੀਂ ਜਾਏਗਾ। ਅਨੰਤ ਨਾ ਜਾਏ, ਪਰਮ ਸੱਚ ਪਾਵੇ। ਉਹ ਹੋਰ ਪਾਸੇ ਨਹੀਂ ਜਾਏਗਾ, ਉਹ ਪਰਮ ਸੱਚ ਨੂੰ ਪ੍ਰਾਪਤ ਕਰ ਲਏਗਾ। ਜਿਹੜਾ ਲਗਨ ਲਾਏਗਾ ਉਹੀ ਪ੍ਰਾਪਤੀ ਕਰੇਗਾ। ਅਰ ਜੋ ਤਹਾਂ ਪ੍ਰੇਮ ਲਿਵ ਲਾਵੇ, ਅਰ ਮੈਨੇ ਅਤੇ ਜੋ ਮੈਨੇ ਜੇਕਰ, ਤਹਾਂ ਮੈਨੇ ਉਸ ਲਗਨ ਦੇ ਵਿੱਚ, ਉਸ ਪ੍ਰੇਮ ਦੇ ਵਿੱਚ, ਤਹਾਂ ਪ੍ਰੇਮ ਲਿਵ ਲਾਵੇ, ਉਸ ਪ੍ਰੇਮ ਦੇ ਵਿੱਚ ਲਿਵ ਲਾਵੇ, ਮੈਨੇ ਲਗਨ ਲਗਾ ਲਵੇ। ਜੇ ਪ੍ਰੇਮ ਦੇ ਨਾਲ ਤਾਰ ਜੋੜ ਲਵੇ, ਜੇ ਇੱਕ ਰਸ ਪਿਆਰ ਵਿੱਚ ਤਾਰ ਜੋੜ ਲਵੇ, ਭਾਵ ਪ੍ਰੇਮ ਦੇ ਨਾਲ ਸਾਂਝ ਪਾ ਲਵੇ, ਜੇ ਉਹ ਰੱਬੀ ਗੁਣਾਂ ਦੇ ਨਾਲ ਦਿਲੋਂ ਪਿਆਰ ਬਣਾ ਲਵੇ, ਜੇ ਸਤ ਸੰਤੋਖ ਨਾਲ ਦਿਲੋਂ ਪਿਆਰ ਬਣਾ ਲਵੇ, ਜੇ ਇਮਾਨਦਾਰੀ ਸੱਚਾਈ ਨਾਲ ਦਿਲੋਂ ਪਿਆਰ ਬਣਾ ਲਵੇ, ਜੇ ਦਇਆ ਦੇ ਨਾਲ, ਨਿਰਵੈਰਤਾ ਦੇ ਨਾਲ, ਨਿਰਭੈਤਾ ਦੇ ਨਾਲ ਦਿਲੋਂ ਪਿਆਰ ਬਣਾ ਲਵੇ, ਅਰ ਜੋ ਤਹਾਂ ਪ੍ਰੇਮ ਲਿਵ ਲਾਵੇ, ਅਤੇ ਜੇਕਰ ਉਸ ਲਿਵਲੀਨਤਾ ਵਿੱਚ, ਉਸ ਅਵਸਥਾ ਦੇ ਵਿੱਚ ਪ੍ਰੇਮ ਦੇ ਨਾਲ ਲਗਨ ਲਾ ਲਵੇ, ਰੱਬੀ ਗੁਣਾਂ ਦੇ ਵਿੱਚ ਪ੍ਰੇਮ ਦੇ ਨਾਲ ਲਗਨ ਲਗਾ ਲਵੇ, ਅਰ ਜੋ ਤਹਾਂ ਮੈਨੇ ਉਹਨਾਂ ਗੁਣਾਂ ਦੇ ਵਿੱਚ, ਰੱਬੀ ਗੁਣਾਂ ਦੇ ਵਿੱਚ, ਸਤ ਸੰਤੋਖ ਦਇਆ ਧਰਮ ਦੇ ਵਿੱਚ ਪ੍ਰੇਮ ਲਿਵ ਲਾਵੇ, ਪ੍ਰੇਮ ਦੇ ਨਾਲ ਲਗਨ ਲਾ ਲਵੇ, ਦਿਲੋਂ ਪਿਆਰ ਬਣਾ ਲਵੇ, ਫਿਰ ਕੀ ਹੋਏਗਾ? ਤੋ ਅਲਹ ਲਹਿ ਲਹਿ ਚਰਨ ਸਮਾਵੇ। ਤੋ ਅਲਹ, ਅਲਹ ਮੈਨੇ ਅਲੱਭ, ਜਿਹੜਾ ਲੱਭਦਾ ਨਹੀਂ ਹੈ। ਲਹਿ, ਪਹਿਲੇ ਅਲਹ ਦਾ ਅਰਥ ਹੈ ਅਲੱਭ, ਲੱਭ, ਜਿਹੜਾ ਲੱਭਦਾ ਨਹੀਂ। ਲਹਿ ਮੈਨੇ ਲੱਭ ਲੈਂਦਾ ਹੈ। ਤੇ ਤੀਜੇ ਲਹਿ ਦਾ ਲਲਾ ਹਾਹੇ ਨੂੰ ਸਿਆਰੀ, ਉਹਦਾ ਅਰਥ ਹੈ ਲੱਭ ਕੇ। ਤੋ
ਅਲੈ ਲਹੈ ਅਲੱਭ ਨੂੰ ਲੱਭ ਕੇ ਲਹਿ ਚਰਨ ਸਮਾਵੇ। ਲੱਭ ਨੂੰ ਲੱਭ ਲੈਂਦਾ ਹੈ। ਅਲਹਿ ਮੈਨੇ ਅਲੱਭ, ਐੜਾ ਲੱਲਾ ਹਾਹਾ ਅਲਹਿ, ਅਲੱਭ ਲੱਲਾ ਹਾਹੇ ਨੂੰ ਦਿਲਾਵਾਂ, ਲਹਿ ਮੈਨੇ ਲੱਭ ਲੈਂਦਾ ਹੈ। ਜਿਹੜਾ ਅਲੱਭ ਹੈ, ਜਿਹੜਾ ਮੁਸ਼ਕਲ ਨਾਲ ਲੱਭਿਆ ਜਾਂਦਾ ਹੈ, ਜਿਹਨੂੰ ਲੱਭਣਾ ਮੁਸ਼ਕਲ ਹੈ, ਉਸ ਅਲੱਭ ਨੂੰ ਜਦੋਂ ਲੱਭ ਲੈਂਦਾ ਹੈ, ਫਿਰ ਲੱਲਾ ਹਾਹੇ ਸਾਰੀ ਲੈ, ਇੱਥੇ ਲਹਿ ਦਾ ਅਰਥ ਹੈ ਲਹਿ ਕੇ, ਲੱਭ ਕੇ। ਫਿਰ ਕੀ ਹੁੰਦਾ ਹੈ? ਲਹਿ ਚਰਨ ਸਮਾਵੈ, ਲੱਭ ਕੇ ਪ੍ਰਭੂ ਚਰਨਾਂ 'ਚ ਸਮਾ ਜਾਂਦਾ ਹੈ। ਜਿਹਦੀ ਇੰਨੀ ਲਗਨ ਬਣ ਜਾਏ ਪ੍ਰੇਮ ਦੇ ਵਿੱਚ, ਦਿਲੋਂ ਪਿਆਰ ਦੇ ਨਾਲ ਉਹ ਸੱਚ ਵਿੱਚ ਲਗਨ ਲਗਾ ਲਵੇ, ਗੁਣਾਂ ਵਿੱਚ ਲਗਨ ਲਗਾ ਲਵੇ, ਤੇ ਕੀ ਹੁੰਦਾ? ਉਹ ਅਲੱਭ ਪ੍ਰਭੂ ਨੂੰ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਵਾਸਤੇ ਉਹਦੇ ਚਰਨਾਂ 'ਚ ਸਮਾ ਜਾਂਦਾ ਹੈ। ਜਿਹੜਾ ਬੰਦਾ ਆਪਣੀ ਲਗਨ ਦੇ ਨਾਲ ਰੱਬੀ ਗੁਣਾਂ ਦੇ ਵਿੱਚ ਪ੍ਰੇਮ ਲਗਾ ਲਵੇ ਤੇ ਫਿਰ ਉਹ ਕੀ ਹੁੰਦਾ? ਉਹਨਾਂ ਗੁਣਾਂ ਨਾਲ ਉਹਦਾ ਸੱਚਾ ਪਿਆਰ ਬਣ ਜਾਏ। ਜਿਹੜਾ ਅਲੱਭ ਹੈ, ਮੁਸ਼ਕਲ ਨਾਲ ਲੱਭਦਾ ਸੀ, ਉਹਦੇ ਨਾਲ ਉਹ ਸਾਂਝ ਪਾ ਲੈਂਦਾ ਹੈ, ਉਹਦੇ 'ਚ ਸਮਾ ਜਾਂਦਾ ਹੈ। ਤੇ ਲੱਭਦਾ ਕਿੱਥੋਂ ਹੈ? ਲੱਭਦਾ ਹੈ ਅੰਦਰੋਂ ਹੀ, ਕਿਉਂਕਿ ਸਾਰੇ ਗੁਣ ਅੰਦਰ ਹੀ ਨੇ। ਹਰ ਇੱਕ ਦੇ ਅੰਦਰ ਸੱਚ ਹੈ, ਦਇਆ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ। ਤੇ ਜਿਹੜਾ ਇਹਨਾਂ ਗੁਣਾਂ ਦੀ ਵਰਤੋਂ ਕਰਦਾ ਹੈ, ਇਹਨਾਂ ਗੁਣਾਂ ਨਾਲ ਜੁੜ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਜੇ ਪ੍ਰਭੂ ਨਿਰਭਉ ਹੈ, ਨਿਰਵੈਰ ਹੈ, ਤੇ ਨਿਰਭਉ ਨਿਰਵੈਰ ਹੋ ਜਾਂਦਾ ਹੈ। ਪ੍ਰਭੂ ਦੇ ਚਰਨਾਂ ਵਿੱਚ ਸਮਾ ਜਾਂਦਾ ਹੈ, ਅੰਦਰੋਂ ਹੀ ਰੱਬ ਨੂੰ ਲੱਭ ਕੇ ਰੱਬ ਨਾਲ ਸਮਾ ਜਾਂਦਾ ਹੈ। ਉਸ ਪ੍ਰਭੂ ਨੂੰ ਅੰਦਰ ਹੀ ਦੇਖ ਲੈਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਉਹ ਤੇ ਨਾਲ ਹੀ ਹੈ। ਕਬੀਰ ਜਾ ਕੋ ਖੋਜਤੇ, ਜਿਹਨੂੰ ਲੱਭਦੇ ਫਿਰਦੇ ਸੀ, ਪਾਇਓ ਸੋਈ ਠੋਰ, ਉਹ ਉਸੇ ਥਾਂ ਤੇ ਮਿਲ ਗਿਆ ਜਿੱਥੇ ਖੜਾ ਸੀ। ਜਿਹਨੂੰ ਲੱਭਦੇ ਸੀ ਤੋ ਅਲਹਿ ਲਹੈ ਲਹਿ ਚਰਨ ਸਮਾਵੇ। ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੋਰ, ਸੋਈ ਫਿਰ ਕੇ ਤੂੰ ਭਇਆ, ਜਾ ਕੋ ਕਹਿਤਾ ਔਰ, ਜਿਹਨੂੰ ਹੋਰ ਕਹਿੰਦਾ ਸੀ ਮੈਂ ਆਪ ਹੀ ਤੇ ਨਿਕਲਿਆ ਹੋ, ਉਹਦਾ ਹੀ ਤੇ ਮੈਂ ਰੂਪ ਆ, ਉਹਦਾ ਹੀ ਤੇ ਅੰਸ਼। ਫਿਰ ਉਹ ਅਲੱਭ ਪ੍ਰਭੂ ਨੂੰ ਆਪਣੇ ਅੰਦਰੋਂ ਲੱਭ ਕੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਤੇ ਰੂਪ ਕਿਵੇਂ ਹੁੰਦਾ ਹੈ? ਵੱਵਾ ਬਾਰ ਬਾਰ ਬਿਸ਼ਨ ਸਮਾਰ। ਵਾਵੇ ਅੱਖਰ ਦੇ ਰਾਹੀਂ ਹੁਣ ਭਗਤ ਕਬੀਰ ਜੀ ਅਗਲਾ ਉਪਦੇਸ਼ ਸਾਨੂੰ ਕਰ ਰਹੇ ਨੇ। ਬਾਰ ਬਾਰ ਮੈਨੇ ਮੁੜ ਮੁੜ ਕੇ, ਬਿਸ਼ਨ, ਬਿਸ਼ਨ ਮੈਨੇ ਪ੍ਰਭੂ, ਸਮਾਰ ਮੈਨੇ ਚੇਤੇ ਕਰ। ਤੂੰ ਬਾਰ ਬਾਰ ਪ੍ਰਭੂ ਨੂੰ ਯਾਦ ਰੱਖ, ਬਾਰ ਬਾਰ ਉਹਦੇ ਗੁਣਾਂ ਨਾਲ ਸਾਂਝ ਪਾਈ ਰੱਖ, ਬਾਰ ਬਾਰ ਰੱਬ ਨੂੰ ਚੇਤੇ ਰੱਖ, ਵਿਸ਼ਨੂੰ ਨੂੰ ਚੇਤੇ ਰੱਖ। ਤੇ ਰੱਬ ਕੀ ਹੈ? ਇੱਕ ਓਂਕਾਰ। ਬਾਰ ਬਾਰ ਵਿਸ਼ਨੂੰ ਨੂੰ ਸਮਾਰਨਾ ਹੈ, ਬਾਰ ਬਾਰ ਰੱਬ ਨੂੰ ਚੇਤੇ ਰੱਖਣਾ ਹੈ। ਸਮਾਰ ਮੈਨੇ ਚੇਤਾ ਰੱਖਣਾ, ਯਾਦ ਕਰਨਾ। ਤੇ ਉਹ ਵਿਸ਼ਨ ਕੌਣ ਹੈ? ਉਹ ਹੈ ਸਤਨਾਮ। ਉਹ ਪ੍ਰਭੂ ਕੌਣ ਹੈ? ਉਹ ਹੈ ਕਰਤਾ ਪੁਰਖ, ਉਹ ਹੈ ਨਿਰਭਉ, ਉਹ ਹੈ ਨਿਰਵੈਰ, ਉਹ ਹੈ ਅਕਾਲ ਮੂਰਤ, ਉਹ ਹੈ ਅਜੂਨੀ, ਉਹ ਹੈ ਸੈਭੰ। ਇੱਕ ਓਂਕਾਰ ਤੋਂ ਲੈ ਕੇ ਸੈਭੰ ਤੱਕ ਆ ਜਿਹੜੇ ਰੱਬੀ 8 ਗੁਣ ਨੇ, ਰੱਬ ਹੈ ਇਹ। ਸਾਨੂੰ ਗੁਰੂ ਜੀ ਨੇ ਆਹ ਵਾਲਾ ਰੱਬ ਦਿੱਤਾ, ਆਹ ਤੁਹਾਡਾ ਰੱਬ ਹੈ। ਤੇ ਜਿਹੜਾ ਇੱਕ ਪਲ ਵੀ ਇੱਕ ਓਂਕਾਰ ਤੋਂ ਸੈਭੰ ਤੱਕ ਰੱਬੀ ਗੁਣਾਂ ਨੂੰ ਭੁੱਲਦਾ ਨਹੀਂ, ਰੱਬ ਦੇ ਇਸ ਸਰੂਪ ਨੂੰ ਭੁੱਲਦਾ ਨਹੀਂ, ਇੱਕ ਪਲ ਵੀ ਭੁੱਲਣ ਨਾ ਦੇਵੇ। ਜੇ ਝੂਠ ਬੋਲਣ ਦਾ ਵਿਚਾਰ ਆਏ ਤੇ ਸੱਚ ਚੇਤੇ ਆ ਜਾਏ, ਉਹ ਸੱਚ ਹੈ, ਮੈਂ ਸੱਚ ਬੋਲਣਾ ਹੈ। ਜੇ ਕੋਈ ਡਰ ਪੈਦਾ ਹੋਵੇ ਤੇ ਨਿਰਭਉ ਯਾਦ ਹੋ ਜਾਏ, ਮੈਂ ਨਿਰਭਉ ਨਾਲ ਜੁੜ ਕੇ ਨਿਰਭਉ ਹੋ ਜਾਣਾ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟੈ। ਜੇ ਰੱਬ ਨਿਰਵੈਰ ਹੈ ਤੇ ਮੈਂ ਵੀ ਕਿਸੇ ਦਾ ਵੈਰੀ ਨਹੀਂ ਬਣਨਾ, ਨਾ ਕਿਸੇ ਨੂੰ ਵੈਰੀ ਬਣਾਣਾ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਨਿਰਵੈਰ ਨੂੰ ਚੇਤੇ ਰੱਖ ਲਵੇ, ਮੌਤ ਦਾ ਡਰ ਲੱਗੇ ਅਕਾਲ ਨੂੰ ਚੇਤੇ ਰੱਖ ਲਵੇ, ਜੂਨਾਂ ਦਾ ਡਰ ਲੱਗੇ ਅਜੂਨੀ ਚੇਤੇ ਰੱਖ ਲਵੇ। ਇਹਨਾਂ ਗੁਣਾਂ ਨੂੰ ਯਾਦ ਰੱਖੇ, ਬਾਰ ਬਾਰ, ਭਾਵ ਮੁੜ ਮੁੜ ਕੇ। ਵੱਵਾ ਬਾਰ ਬਾਰ ਬਿਸ਼ਨ ਸਮਾਰ, ਤੂੰ ਬਾਰ ਬਾਰ ਉਸ ਰੱਬੀ ਗੁਣਾਂ ਨੂੰ ਯਾਦ ਰੱਖ, ਉਸ ਰੱਬ ਨੂੰ ਯਾਦ ਰੱਖ ਜਿਹੜਾ ਇੱਕ ਓਂਕਾਰ ਤੋਂ ਲੈ ਕੇ ਸੈਭੰ ਤੱਕ 8 ਪ੍ਰਮੁੱਖ ਗੁਣਾਂ ਦਾ ਰੂਪ ਹੈ। ਉਦਾਂ ਤੇ ਉਹਦੇ ਗੁਣ ਬੇਅੰਤ ਨੇ, ਅੰਤ ਨਹੀਂ ਹੈ। ਜੇ ਈਰਖਾ ਪੈਦਾ ਹੋ ਰਹੀ ਹੈ ਤੇ ਪਿਆਰ ਤੈਨੂੰ ਯਾਦ ਆ ਜਾਏ, ਪ੍ਰੇਮ ਯਾਦ ਆ ਜਾਏ। ਜੇ ਲੋਭ ਪੈਦਾ ਹੋ ਰਿਹਾ ਹੈ, ਸਬਰ ਸੰਤੋਖ ਤੈਨੂੰ ਯਾਦ ਆ ਜਾਏ। ਜੇ ਹੰਕਾਰ ਪੈਦਾ ਹੋ ਰਿਹਾ, ਨਿਮਰਤਾ ਯਾਦ ਆ ਜਾਏ। ਜੇ ਨਕਾਰਾਤਮਕ ਸੋਚ ਪੈਦਾ ਹੋ ਰਹੀ ਹੈ, ਢਹਿੰਦੀ ਕਰਾਂ ਵੱਲ ਤੂੰ ਜਾ ਰਹੇ ਹੈ, ਜੇ ਨੈਗੇਟਿਵਿਟੀ ਆ ਰਹੀ ਹੈ ਤੇ ਤੈਨੂੰ ਰੱਬ ਚੇਤੇ ਆ ਜਾਏ। ਅਗਾਂਹ ਕੂ ਤਰਾਂਗ, ਪਿਛਾ ਫੇਰਨਾ ਮੁੜੜਾ, ਅੱਗੇ ਵਧਣਾ ਪਿੱਛੇ ਨਹੀਂ ਜਾਣਾ। ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਹਾਰ ਨਹੀਂ ਸਭ ਜਿੱਤ ਹੈ, ਹਾਰ ਹੈ ਹੀ ਨਹੀਂ, ਜਿੱਤ ਹੀ ਜਿੱਤ ਹੈ।
ਮੈਂ ਉਸ ਪ੍ਰਭੂ ਨਾਲ ਜੁੜਿਆ ਜਿਹੜਾ ਜਿੱਤ ਹੀ ਦਿੰਦਾ ਹੈ, ਹਾਰ ਦਿੰਦਾ ਹੀ ਨਹੀਂ ਹੈ। ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸਿਤ, ਇੱਥੇ ਤੇ ਤੇਰੇ ਨਾਏ ਰੱਤੇ ਸਿੱਜਣ ਗਏ। ਹਾਰ ਗਏ ਸੇ ਠੱਗਣ ਵਾਲਿਆ, हे ਪ੍ਰਭੂ ਤੇਰੇ ਨਾਮ ਤੇਰੇ ਗੁਣਾਂ ਨਾਲ ਜੁੜਨ ਵਾਲੇ ਜਿੱਤ ਜਾਂਦੇ ਨੇ। ਚੇਤੇ ਰੱਖੋ ਉਹਨੂੰ ਬਾਬਾ, ਬਾਰ-ਬਾਰ ਵਿਸ਼ਨ ਸਮਾਰ। ਇਹਦੇ ਨਾਲ ਕੀ ਹੋਏਗਾ? ਵਿਸ਼ਨ ਸਮਾਰ ਨਾ ਆਵੇ ਹਾਰ। ਜੇ ਕੋਈ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਵੇ, ਉਸ ਰੱਬ ਨੂੰ ਚੇਤੇ ਕਰਕੇ ਦੇ ਗੁਣਾਂ ਨੂੰ ਜੀਵਨ ਚ ਵਸਾ ਲਵੇ, ਪ੍ਰਭੂ ਦੇ ਗੁਣਾਂ ਨੂੰ ਇੰਪਲੀਮੈਂਟ ਕਰ ਲਵੇ, ਵਿਸ਼ਨ ਨੂੰ ਸੰਭਾਲ ਲਵੇ, ਰੱਬ ਦੇ ਗੁਣਾਂ ਨੂੰ ਚੇਤੇ ਕਰ ਲਵੇ, ਤੇ ਨਤੀਜਾ ਇਹ ਹੋਏਗਾ ਨਾ ਆਵੇ ਹਾਰ। ਉਹ ਕਦੀ ਹਾਰ ਕੇ ਨਹੀਂ ਆਏਗਾ, ਜਿੱਤ ਕੇ ਹੀ ਆਏਗਾ। ਉਹ ਪੂਰੀ ਦੁਨੀਆ ਦਾ ਵਿਜੇਤਾ ਬਣ ਜਾਏਗਾ, ਵਿਸ਼ਵ ਵਿਜੇਤਾ ਹੋ ਜਾਏਗਾ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜਦੋਂ ਅਸੀਂ ਉਸ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰਾਂਗੇ, ਅਸੀਂ ਹਾਰਾਂਗੇ ਨਹੀਂ। ਜਿੱਥੇ ਰਵਾਂਗੇ ਜਿੱਤ ਜਾਵਾਂਗੇ। ਤੁਸੀਂ ਹਾਰੋਗੇ ਨਹੀਂ, ਤੁਸੀਂ ਜੀਵਨ ਵਿੱਚ ਕਾਮਯਾਬ ਹੋ ਜਾਓਗੇ। ਜੀਵਨ ਚ ਸਫਲਤਾ ਤੁਹਾਡੇ ਕਦਮ ਚੁੰਮੇਗੀ। ਉਸ ਬੰਦੇ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ, ਜਿਸ ਬੰਦੇ ਦੇ ਅੰਦਰ ਸ਼ੁਭ ਗੁਣਾਂ ਚ ਲਗਨ ਲੱਗ ਜਾਏ, ਜਿਹੜਾ ਸੱਚ ਦੇ ਆਧਾਰ ਤੇ ਤੁਰਨ ਲੱਗ ਜਾਏ, ਇਮਾਨਦਾਰੀ ਦੇ ਉੱਤੇ ਚੱਲਣ ਲੱਗ ਜਾਏ, ਜਿਹੜਾ ਪ੍ਰੇਮ ਕਰਨ ਲੱਗ ਜਾਏ ਪੂਰੀ ਦੁਨੀਆ ਨੂੰ, ਉਹਨੂੰ ਕੌਣ ਹਰਾਏਗਾ? ਜਿਹੜਾ ਦਇਆ ਕਰਨ ਲੱਗ ਜਾਏ ਹਰ ਇੱਕ ਦੇ ਉੱਪਰ, ਉਹਨੂੰ ਕੌਣ ਹਰਾਏਗਾ? ਜਿਹਦੀ ਜ਼ਿੰਦਗੀ ਚ ਮਿਠਾਸ ਆ ਜਾਏ, ਹਰ ਇੱਕ ਨੂੰ ਮਿੱਠਾ ਬੋਲੇ, ਉਹਨੂੰ ਕੌਣ ਹਰਾਏਗਾ? ਰੱਬੀ ਗੁਣਾਂ ਨੂੰ ਜਿਹੜਾ ਧਾਰਨ ਕਰ ਲੈਂਦਾ ਹੈ, ਉਹ ਕਦੀ ਹਾਰਦਾ ਨਹੀਂ। ਵਿਸ਼ਨ ਸਮਾਰ ਨਾ ਆਵੇ ਹਾਰ। ਜਿਹੜਾ ਰੱਬੀ ਰਜ਼ਾ ਨੂੰ ਫੋਲੋ ਕਰ ਰਿਹਾ ਹੈ, ਰੱਬੀ ਗੁਣਾਂ ਨੂੰ ਧਾਰਨ ਕਰ ਰਿਹਾ ਹੈ, ਜਿਹਦੀ ਸ਼ੁਭ ਗੁਣਾਂ ਚ ਲਗਨ ਲੱਗ ਗਈ, ਉਹਨੇ ਗੁਣਾਂ ਨੂੰ ਇੰਪਲੀਮੈਂਟ ਕਰ ਲਿਆ, ਸੰਭਾਲ ਲਿਆ, ਚੇਤੇ ਕਰ ਲਿਆ, ਜੀਵਨ ਚ ਵਸਾ ਲਿਆ, ਨਾ ਆਵੇ ਹਾਰ। ਜਿਹਦੇ ਅੰਦਰ ਜਿੱਤ ਦੀ ਲਗਨ ਹੈ, ਉਹਨੂੰ ਕੋਈ ਹਰਾ ਨਹੀਂ ਸਕਦਾ, ਫਿਰ ਉਹ ਕਦੀ ਹਾਰਦਾ ਨਹੀਂ। ਜਿਹਨੇ ਸ਼ੁਭ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾ ਲਿਆ, ਆਧਾਰ ਬਣਾ ਲਿਆ, ਉਹ ਜ਼ਿੰਦਗੀ ਦੀ ਬਾਜੀ ਹਾਰਦਾ ਨਹੀਂ। ਉਹ ਆਪਣੇ ਉੱਚੇ ਆਚਰਨ ਤੋਂ ਫਿਰ ਡਿੱਗਦਾ ਨਹੀਂ, ਉਹ ਆਪਣੇ ਆਦਰਸ਼ ਨੂੰ ਛੱਡ ਕੇ ਭੱਜਦਾ ਨਹੀਂ, ਉਹ ਫਿਰ ਹਾਰਦਾ ਨਹੀਂ। ਹਾਰ ਨਹੀਂ, ਸਭ ਜਿੱਤ ਹੈ। ਉਹਦੀ ਜ਼ਿੰਦਗੀ 'ਚ ਜਿੱਤ ਹੀ ਜਿੱਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਗੁਰੂ ਨੂੰ ਵਾਹ ਕਹਿੰਦਾ, ਵਾਹ ਗੁਰੂ, ਮੈਂ ਤੇਰਾ ਖਾਲਸਾ ਬਣਿਆ, ਤੂੰ ਮੈਨੂੰ ਪਿਓਰ ਕਰ ਦਿੱਤਾ, ਵਿਕਾਰਾਂ ਤੋਂ ਰਹਿਤ ਸ਼ੁੱਧ ਬਣਾ ਦਿੱਤਾ। ਹੁਣ ਆ ਜਿਹੜੀ ਫਤਿਹ, ਇਹ ਗੁਰੂ ਤੂੰ ਹੀ ਦਿੱਤੀ ਹੈ ਮੈਨੂੰ ਗੁਣਾ ਰੂਪ। ਵਾਹਿਗੁਰੂ ਜੀ ਕੀ ਫਤਿਹ। ਮੇਰੇ ਗੁਰੂ ਜੀ ਨੇ ਮੈਨੂੰ ਫਤਿਹ ਦੇ ਦਿੱਤੀ, ਜਿੱਤ ਦੇ ਦਿੱਤੀ, ਵਿਕਾਰਾਂ ਉੱਪਰ ਮੈਂ ਜਿੱਤ ਹਾਸਲ ਕਰ ਲਈ। ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ। ਬਲ ਬਲ ਮੈਨੇ ਬਲਿਹਾਰ, ਬਾਰ ਬਾਰ ਬਲਿਹਾਰ, ਆਪਣਾ ਬਲ ਹਾਰ ਦੇਣਾ, ਸਰੈਂਡਰ ਹੋ ਜਾਣਾ, ਸਮਰਪਿਤ ਹੋ ਜਾਣਾ, ਸਦਕੇ ਜਾਣਾ। ਬਲ ਬਲ ਭਗਤ ਕਬੀਰ ਜੀ ਆਖਦੇ, ਮੈਂ ਬਲਿਹਾਰ ਜਾਣਾ ਵਾ ਜੇ ਵਿਸ਼ਨ ਤਨਾ ਜਸ ਗਾਵੇ। ਵਿਸ਼ਨ ਮੈਨੇ ਪ੍ਰਭੂ, ਤਨਾ ਮੈਨੇ ਤਨ, ਪੁੱਤਰ, ਪ੍ਰਭੂ ਦਾ ਪੁੱਤਰ ਭਾਵ ਰੱਬ ਦਾ ਪੁੱਤਰ, ਭਗਤ ਰੱਬ ਦਾ ਜਨ, ਰੱਬ ਦਾ ਪਿਆਰਾ, ਜਸ ਗਾਵੇ, ਜਿਹੜਾ ਰੱਬ ਦੇ ਜਸ ਨੂੰ ਗਾਉਂਦਾ ਹੈ, ਮੈਂ ਉਹਦੇ ਤੋਂ ਕੁਰਬਾਨ ਜਾਣਾ ਵਾ। ਜਿਹੜਾ ਪ੍ਰਭੂ ਦਾ ਪੁੱਤਰ ਬਣ ਜਾਂਦਾ ਹੈ ਔਰ ਪ੍ਰਭੂ ਦਾ ਭਗਤ ਬਣ ਕੇ ਜਿਹੜਾ ਪ੍ਰਭੂ ਦੇ ਜਸ ਨੂੰ ਗਾਉਂਦਾ ਹੈ, ਮੈਂ ਉਹਦੇ ਤੋਂ ਆਪਣੇ ਆਪ ਨੂੰ ਵਾਰ ਦਿੰਦਾ ਹਾਂ। ਬਲਿਹਾਰ ਉਸ ਰੱਬੀ ਪਿਆਰੇ ਤੋਂ, ਜਿਹੜਾ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਅਮਲ 'ਚ ਲੈ ਆਉਂਦਾ ਹੈ, ਜਿਹੜਾ ਪ੍ਰੈਕਟੀਕਲ ਜ਼ਿੰਦਗੀ ਜਿਉਂਦਾ ਹੈ, ਜਿਹੜਾ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰ ਲੈਂਦੇ ਆਪਣੀ ਜ਼ਿੰਦਗੀ 'ਚ, ਮੈਂ ਉਹਦੇ ਤੋਂ ਬਲਿਹਾਰ ਜਾਵਾਂ। ਵਿਸ਼ਨ ਮਿਲੇ ਸਭ ਹੀ ਸੱਚ ਪਾਵੇ। ਵਿਸ਼ਨ ਮਿਲੇ, ਉਹਨੂੰ ਵਿਸ਼ਨ ਪ੍ਰਭੂ ਹਰ ਥਾਂ ਤੇ ਰਵਿਆ ਹੋਇਆ ਮਿਲ ਪੈਂਦਾ, ਉਹਨੂੰ ਰੱਬ ਮਿਲ ਜਾਂਦਾ ਹੈ। ਵਿਸ਼ਨ ਮਿਲੇ ਮੈਨੇ ਰੱਬ ਮਿਲ ਜਾਂਦਾ ਹੈ। ਸਭ ਹੀ ਮੈਨੇ ਸਭ ਥਾਵਾਂ ਤੇ ਹੀ, ਜਿਹੜਾ ਹਰ ਥਾਵਾਂ ਤੇ ਰਹਿੰਦਾ ਹੈ ਪ੍ਰਭੂ, ਸੱਚ ਪਾਵੇ, ਉਹ ਸਭ ਥਾਵਾਂ ਤੇ ਹੀ ਸੱਚ ਨੂੰ ਪ੍ਰਾਪਤ ਕਰ ਲੈਂਦਾ ਹੈ। ਹਰ ਥਾਂ ਤੇ ਰੱਬ ਨੂੰ ਵੇਖਦਾ ਹੈ, ਰੱਬ ਵਿੱਚ ਲੀਨ ਹੋ ਜਾਂਦਾ ਹੈ, ਫਿਰ ਰੱਬ ਨੂੰ ਹੀ ਵੇਖਦਾ ਹੈ, ਰੱਬ 'ਚ ਹੀ ਸਮਾ ਜਾਂਦਾ ਹੈ, ਸੱਚ ਨਾਲ ਜੁੜ ਕੇ ਸੱਚ ਦਾ ਰੂਪ ਹੋ ਜਾਂਦਾ ਹੈ, ਸੱਚ ਨੂੰ ਹੀ ਦੇਖਦਾ ਹੈ, ਉਹਨੂੰ ਸਾਰਾ ਦਿਸਦਾ ਸੰਸਾਰ ਰੱਬ ਦਾ ਰੂਪ ਨਜ਼ਰ ਆਉਂਦਾ ਹੈ। ਫਿਰ ਉਹਨੂੰ ਸਮਝ ਪੈ ਜਾਂਦੀ ਹੈ ਕਿ ਇਹ ਸੰਭਾਵਨਾ ਹਰ ਇੱਕ ਵਿੱਚ ਹੈ। ਜੇ ਮੈਂ ਰੱਬ ਦਾ ਰੂਪ ਹੋ ਸਕਦਾ ਤੇ ਸਾਰੇ ਰੱਬ ਦਾ ਰੂਪ ਹੀ ਨੇ। ਜੇ ਮੈਂ ਉਸ ਪ੍ਰਭੂ ਦੀ ਅੰਸ਼ ਹਾਂ ਤੇ ਸਾਰੇ ਪ੍ਰਭੂ ਦੀ ਅੰਸ਼ ਨੇ। ਫਿਰ ਸਾਰਿਆਂ ਵਿੱਚੋਂ ਰੱਬ ਦੇਖਦਾ ਹੈ, ਤੇ ਕੇਵਲ ਰੱਬ ਦੇਖਦਾ ਹੀ ਨਹੀਂ, ਵਿਸ਼ਨ ਮਿਲੇ ਸਭ ਹੀ ਸੱਚ ਪਾਵੇ। ਪ੍ਰਭੂ ਨੂੰ ਮਿਲ ਲੈਂਦਾ ਹੈ, ਸਾਰੀਆਂ ਥਾਵਾਂ ਤੇ ਸੱਚ ਪਾ ਲੈਂਦਾ ਹੈ। ਕੇਵਲ ਪਾਉਂਦਾ ਹੀ ਨਹੀਂ, ਉਹਨੂੰ ਸਮਝ ਪੈ ਜਾਂਦੀ ਕਿ ਇਹ ਸੰਭਾਵਨਾ ਹਰ ਇਨਸਾਨ ਦੇ ਵਿੱਚ ਹੈ, ਹਰ ਇਨਸਾਨ ਰੱਬ ਹੋ ਸਕਦਾ ਹੈ। ਇਹ ਪੋਸੀਬਿਲਿਟੀ ਜਿਹੜੀ ਹੈ ਹਰ ਇੱਕ ਇਨਸਾਨ ਦੇ ਅੰਦਰ ਹੈ, ਹਰ ਇਨਸਾਨ ਰੱਬ ਹੋ ਸਕਦਾ ਹੈ। ਫਿਰ ਉਹ ਹਰ ਇੱਕ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਕਰਦਾ ਹੈ, ਰੱਬ ਵਰਗਾ ਵਿਹਾਰ ਕਰਦਾ ਹੈ। ਸਾਰੇ ਇਨਸਾਨਾਂ ਵਿੱਚ ਉਹਨੂੰ ਪਤਾ ਹੈ ਸੰਭਾਵਨਾ ਹੈ, ਅੱਜ ਨਹੀਂ ਕੱਲ ਇਹ ਵੀ ਰੱਬ ਹੋ ਸਕਦਾ, ਇਹਨੂੰ ਪਤਾ ਨਹੀਂ ਹੈ, ਸੰਭਾਵਨਾ ਹੈ, ਕਿਉਂਕਿ ਇਹ ਵੀ ਰੱਬ ਦਾ ਰੂਪ ਹੀ ਅੰਸ਼ ਹੈ। ਤੇ ਜੇ ਰੱਬ ਦਾ ਰੂਪ ਰੱਬ ਦੀ ਅੰਸ਼ ਹੈ,
ਮੈਂ ਫਿਰ ਉਹਨੂੰ ਇਸੇ ਤਰ੍ਹਾਂ ਪਿਆਰ ਕਰਾਂ ਜਿਵੇਂ ਰੱਬ ਨੂੰ ਪਿਆਰ ਕਰਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਤੋਂ ਬਿਨਾਂ ਕੌਣ ਹੈ? ਉਹੀ ਤੇ ਹੈ। ਵਾਵਾ ਵਾਹੀ ਜਾਨੀਐ, ਵਾਹ ਜਾਣੇ ਇਹ ਹੋਏ। ਵਾਵੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਹਨ। ਵਾਹੀ ਮੈਨੇ ਉਸ ਪ੍ਰਭੂ ਨੂੰ, ਜਾਨੀਏ ਮੈਨੇ ਜਾਣਨਾ ਚਾਹੀਦਾ ਹੈ, ਭਾਵ ਸਾਂਝ ਪਾਣੀ ਚਾਹੀਦੀ ਹੈ, ਉਹਦੇ ਚ ਸਮਾਣਾ ਚਾਹੀਦਾ ਹੈ, ਉਹਦੇ ਨਾਲ ਜੁੜਨਾ ਚਾਹੀਦਾ ਹੈ। ਵਾਹ ਵਾਹ ਵਾਹੀ ਜਾਨੀਏ, ਉਸ ਪ੍ਰਭੂ ਨੂੰ ਜਾਣਨਾ ਚਾਹੀਦਾ ਹੈ। ਉਸ ਪ੍ਰਭੂ ਨੂੰ ਜਾਣਿਆ ਕੀ ਹੁੰਦਾ ਹੈ? ਵਾਹ ਜਾਣੇ, ਵਾਹ ਜਾਣੇ ਮੈਂ ਉਸ ਰੱਬ ਨੂੰ ਜਾਣਿਆ। ਉਸ ਪ੍ਰਭੂ ਨੂੰ ਜਾਣਨ ਦੇ ਨਾਲ ਵਾਹ ਜਾਣੇ ਇਹ ਹੋਏ, ਉਸ ਪ੍ਰਭੂ ਨਾਲ ਸਾਂਝ ਪਾਇਆ, ਉਸ ਪ੍ਰਭੂ ਨੂੰ ਜਾਣਿਆ, ਇਹ ਹੋਏ ਮੈਨੇ ਇਹ ਜੀਵ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਵਾਵੇ ਅੱਖਰ ਦੇ ਰਾਹੀਂ ਉਪਦੇਸ਼ ਕਰਦੇ ਨੇ ਬਾਬਾ, ਵਾਹੀ ਜਾਨੀ ਹੈ, ਉਸ ਪ੍ਰਭੂ ਨੂੰ ਜਾਣਨਾ ਚਾਹੀਦਾ ਹੈ। ਤੇ ਕੀ ਹੋਏਗਾ? ਵਾਹ ਜਾਣੇ, ਜਿਹੜਾ ਮਨੁੱਖ ਉਸ ਪ੍ਰਭੂ ਨੂੰ ਜਾਣ ਲੈਂਦਾ ਹੈ, ਇਹ ਹੋਏ ਉਹ ਪ੍ਰਭੂ ਇਸ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਇਹ ਜਿਹੜਾ ਰੱਬ ਦਾ ਰੂਪ ਹੋ ਜਾਂਦਾ ਹੈ, ਭਾਵ ਪ੍ਰਭੂ ਦੇ ਨਾਲ ਸਾਂਝ ਪਾਇਆ ਜੀਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਰੱਬੀ ਗੁਣਾਂ ਨੂੰ ਧਾਰਨ ਕੀਤਿਆਂ ਜੀਵ ਰੱਬ ਦੇ ਗੁਣਾਂ ਦਾ ਰੂਪ ਹੋ ਜਾਂਦਾ ਹੈ। ਇਸ ਕਰਕੇ ਸਾਨੂੰ ਉਹਦੇ ਗੁਣ ਗਾਣੇ ਚਾਹੀਦੇ ਨੇ, ਅਮਲ ਕਰਨਾ ਚਾਹੀਦਾ ਹੈ। ਉਹਦੇ ਨਾਲ ਇਹ ਜੀਵ ਰੱਬ ਵਰਗਾ ਹੋ ਜਾਂਦਾ ਹੈ। ਰੱਬ ਦਾ ਰੂਪ ਹੋਣ ਦਾ ਭਾਵ ਇਹ ਨਹੀਂ ਕਿ ਉਸ ਬੰਦੇ ਦੀਆਂ ਅੱਖਾਂ ਬਦਲ ਜਾਂਦੀਆਂ ਨੇ, ਕੰਨ ਲੱਕ ਬਦਲ ਜਾਂਦੇ ਨੇ। ਹੁਣ ਰੱਬ ਦਾ ਵਿਸ਼ੇਸ਼ ਚਿਹਰਾ ਤੇ ਕੋਈ ਨਹੀਂ ਹੈ ਜਿਹੜਾ ਉਹਦਾ ਬਣ ਜਾਏਗਾ। ਰੱਬ ਤੇ ਹੈ ਗੁਣ, ਨਿਰਭਉ, ਨਿਰਵੈਰ, ਦਇਆ, ਦਿਆਲਤਾ, ਬਖਸ਼ਿੰਦਗੀ। ਫਿਰ ਰੱਬ ਦਾ ਰੂਪ ਹੋ ਜਾਂਦਾ ਹੈ, ਭਾਵ ਉਹ ਵੀ ਨਿਰਵੈਰ ਹੋ ਜਾਂਦਾ ਹੈ, ਉਹ ਨਿਰਭਉ ਹੋ ਜਾਂਦਾ ਹੈ। ਆ ਹੈ ਰੱਬ ਦਾ ਰੂਪ। ਰੱਬ ਦੀ ਤਸਵੀਰ ਬਣਾਣੀ ਹੋਵੇ, ਨਿਰਵੈਰ ਦੀ ਕਿਵੇਂ ਤਸਵੀਰ ਬਣਾਓਗੇ? ਰੱਬ ਦੀ ਤਸਵੀਰ ਬਣਾਣੀ ਹੋਵੇ, ਸਤਨਾਮ ਦੀ ਫੋਟੋ ਕਿਵੇਂ ਬਣੇਗੀ? ਨਿਰਭਉ ਦੀ ਤੁਸੀਂ ਤਸਵੀਰ ਕਿਵੇਂ ਬਣਾਓਗੇ? ਅਜੂਨੀ ਦੀ ਮੂਰਤੀ ਕਿਵੇਂ ਬਣੇਗੀ? ਇਹ ਗੁਣ ਨੇ ਤਾਂ ਸਾਰੇ। ਫਿਰ ਜਿਹੜਾ ਰੱਬ ਦਾ ਰੂਪ ਹੋਏਗਾ, ਇਹਨਾਂ ਗੁਣਾਂ ਦਾ ਰੂਪ ਹੋ ਜਾਏਗਾ। ਫਿਰ ਇਹਨਾਂ ਗੁਣਾਂ ਦੇ ਵਿੱਚ ਸਮਾ ਜਾਏਗਾ। ਉਹਦੇ ਅੰਦਰੋਂ ਇਹ ਗੁਣ ਪ੍ਰਗਟ ਹੋਣਗੇ, ਝਲਕਣਗੇ। ਉਹਦੇ ਅੰਦਰ ਰੱਬ ਦੇ ਗੁਣ ਆ ਜਾਣਗੇ। ਰੱਬ ਦਾ ਰੂਪ ਹੋਣ ਦਾ ਭਾਵ ਰੱਬ ਦੇ ਗੁਣਾਂ ਦਾ ਰੂਪ ਹੋ ਜਾਣਾ। ਫਿਰ ਉਸ ਬੰਦੇ ਦੀ ਬੋਲ ਚਾਲ ਬਦਲ ਜਾਏਗੀ, ਉਹਦਾ ਬਿਹੇਵੀਅਰ ਬਦਲ ਜਾਏਗਾ, ਉਹਦਾ ਸਾਰਾ ਕੁਝ ਬਦਲ ਜਾਏਗਾ। ਉਹਦੀ ਬੋਲ ਚਾਲ, ਉਹਦੇ ਕੰਮਕਾਰ ਬਦਲ ਜਾਣਗੇ, ਉਹਦਾ ਸੁਭਾਅ ਬਦਲ ਜਾਏਗਾ, ਰੱਬ ਵਰਗਾ ਹੋ ਜਾਏਗਾ। ਤੇ ਜਿਹਦੇ ਅੰਦਰ ਆ ਗੁਣ ਆ ਜਾਂਦੇ ਨੇ, ਸਮਝ ਲਓ ਉਸ ਮਨੁੱਖ ਨੇ ਪ੍ਰਭੂ ਨਾਲ ਸਾਂਝ ਪਾ ਲਈ, ਉਹ ਰੱਬ ਵਰਗਾ ਹੋ ਗਿਆ। ਵਾਹ ਜਾਣੇ, ਉਸ ਪ੍ਰਭੂ ਨੂੰ ਜਾਣਿਆ, ਉਸ ਪ੍ਰਭੂ ਨਾਲ ਸਾਂਝ ਪਾਇਆ, ਇਹ ਹੋਏ ਜੀਵ ਉਸ ਰੱਬ ਦਾ ਰੂਪ ਹੋ ਜਾਂਦਾ ਹੈ। ਇਹ ਅਰ ਉਹ ਜਬ ਮਿਲੇ ਤਬ ਮਿਲਤ ਨਾ ਜਾਣੇ ਕੋਏ। ਇਹ ਅਰ ਉਹ ਜਬ ਮਿਲੇ, ਇਹ ਮੈਨੇ ਇਹ ਜੀਵ, ਇਹ ਮਨੁੱਖ, ਅਰ ਮੈਨੇ ਅਤੇ ਉਹ ਮੈਨੇ ਉਹ ਰੱਬ, ਇਹ ਮਨੁੱਖ ਅਤੇ ਉਹ ਪ੍ਰਭੂ, ਇਹ ਅਰ ਉਹ ਜਬ ਮਿਲੇ, ਜਦੋਂ ਮਿਲ ਜਾਂਦੇ ਨੇ, ਜਦੋਂ ਇੱਕ ਹੋ ਜਾਂਦੇ ਨੇ, ਜਦੋਂ ਬੰਦੇ ਦੀ ਸੋਚ ਰੱਬ ਦੀ ਸੋਚ ਵਿੱਚ ਮਿਲ ਜਾਂਦੀ ਹੈ। ਮਿਲਣ ਦਾ ਭਾਵ ਸੋਚ ਇੱਕ ਹੋ ਜਾਣੀ, ਰੱਬ ਵਾਲੀ ਸੋਚ ਹੋ ਜਾਣੀ। ਰੱਬ ਦੀ ਸੋਚ, ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ। ਇਸ ਬੰਦੇ ਦੀ ਸੋਚ ਵੀ ਬਣ ਗਈ, ਇਹਦੀ ਵੀ ਕਿਸੇ ਨਾਲ ਦੁਸ਼ਮਣੀ ਨਹੀਂ। ਰੱਬ ਦੀ ਸੋਚ, ਉਹ ਕਿਸ ਤੋਂ ਡਰਦਾ ਨਹੀਂ, ਹੁਣ ਇਹ ਵੀ ਨਿਰਭਉ ਹੋ ਗਿਆ। ਰੱਬ ਦੀ ਸੋਚ, ਉਹ ਦਿਆਲੂ, ਸਭ ਤੇ ਤਰਸ ਖਾਂਦਾ ਹੈ, ਇਹ ਵੀ ਦੁਨੀਆ ਤੇ ਤਰਸ ਖਾਣ ਲੱਗ ਪਿਆ। ਰੱਬ ਦੀ ਸੋਚ, ਉਹ ਬਖਸ਼ਿੰਦ ਹੈ, ਉਹ ਕਿਸੇ ਦੇ ਗੁਨਾਹ ਬਖਸ਼ ਦਿੰਦਾ ਹੈ, ਹੁਣ ਇਹ ਵੀ ਬਖਸ਼ਣ ਲੱਗ ਪਿਆ। ਰੱਬ ਦੀ ਸੋਚ, ਉਹ ਸੱਚ ਹੈ, ਹੁਣ ਇਹ ਵੀ ਸੱਚਾ ਹੋ ਗਿਆ। ਜਬ ਮਿਲਿਆ ਭਾਵ ਜਦੋਂ ਰੱਬ ਚ ਮਿਲ ਜਾਂਦਾ ਹੈ, ਭਾਵ ਜਦੋਂ ਬੰਦੇ ਦੀ ਸੋਚ ਪ੍ਰਭੂ ਦੀ ਸੋਚ ਵਿੱਚ ਮਿਲ ਜਾਂਦੀ ਹੈ, ਜਦੋਂ ਇਹ ਮਨੁੱਖ ਪ੍ਰਭੂ ਦੇ ਗੁਣਾਂ ਵਿੱਚ ਮਿਲ ਜਾਂਦਾ ਹੈ, ਉਦੋਂ ਉਹ ਰੱਬ ਦੇ ਵਿੱਚ ਮਿਲ ਜਾਂਦਾ ਹੈ। ਇਹ ਅਰ ਉਹ ਜਬ ਮਿਲੇ, ਆ ਮਨੁੱਖ ਅਤੇ ਉਹ ਪ੍ਰਭੂ ਜਦੋਂ ਮਿਲ ਜਾਂਦੇ ਹਨ, ਜਦੋਂ ਮਿਲ ਜਾਂਦਾ ਹੈ ਪ੍ਰਭੂ ਦੇ ਵਿੱਚ, ਤਬ ਮਿਲਤ ਨਾ ਜਾਣੇ ਕੋਏ। ਫਿਰ ਇਹਨਾਂ ਮਿਲਿਆ ਨੂੰ, ਤਬ ਮਿਲਤ, ਇਹਨਾਂ ਮਿਲਿਆ ਹੋਇਆਂ ਨੂੰ ਫਿਰ ਨਾ ਜਾਣੇ ਕੋਈ, ਕੋਈ ਜਾਣ ਨਹੀਂ ਸਕਦਾ, ਕੋਈ ਸਮਝ ਨਹੀਂ ਸਕਦਾ। ਉਹਨੂੰ ਸਮਝ ਨਹੀਂ ਪੈਂਦੀ ਇਹਨਾਂ ਵਿੱਚੋਂ ਰੱਬ ਕਿਹੜਾ ਹੈ ਤੇ ਮਨੁੱਖ ਕਿਹੜਾ ਹੈ, ਫਿਰ ਸਮਝ ਨਹੀਂ ਪੈਂਦੀ। ਇਹ ਅਰ ਉਹ ਜਬ ਮਿਲੇ ਤਬ ਮਿਲਤ ਨਾ ਜਾਣੇ ਕੋਏ। ਇਹ ਭਗਤ, ਉਹ ਰੱਬ ਜਦੋਂ ਮਿਲ ਜਾਂਦਾ ਹੈ, ਉਦੋਂ ਮਿਲੇ ਹੋਏ ਦਾ, ਜਦੋਂ ਇਹ ਜੀਵ ਉਸ ਰੱਬ ਵਿੱਚ ਮਿਲ ਜਾਂਦਾ ਹੈ, ਉਦੋਂ ਮਿਲੇ ਦਾ ਪਤਾ ਹੀ ਨਹੀਂ ਲੱਗਦਾ, ਕੋਈ ਜਾਣ ਹੀ ਨਹੀਂ ਸਕਦਾ ਇਹਦੇ ਵਿੱਚੋਂ ਰੱਬ ਕਿਹੜਾ ਹੈ, ਭਗਤ ਕਿਹੜਾ ਹੈ। ਉਹਨਾਂ ਦੋਨਾਂ ਦਾ ਵਖਰੇਵਾ ਖਤਮ ਹੋ ਜਾਂਦਾ ਹੈ, ਦੋਨੋਂ ਹੀ ਇੱਕ ਹੋ ਜਾਂਦੇ ਨੇ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਰਾਮ ਤੇ ਕਬੀਰ ਇੱਕ ਹੋ ਜਾਂਦੇ ਨੇ।
ਫਿਰ ਰਾਮ ਕਬੀਰੈ ਭੇਦ ਨਾ ਪਾਈ, ਫਰਕ ਨਹੀਂ ਰਹਿ ਜਾਂਦਾ। ਕਬੀਰ ਮਨ ਨਿਰਮਲ ਭਇਆ, ਮਨ ਇਹੋ ਜਿਹਾ ਪਵਿੱਤਰ ਹੋ ਗਿਆ, ਔਗੁਣ ਸਾਰੇ ਹੀ ਨਿਕਲ ਗਏ, ਗੁਣਾ ਭਰਪੂਰ ਹੋ ਗਿਆ। ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਜੇ ਕਬੀਰ ਰੱਬ ਪਿੱਛੇ ਦੌੜਦਾ ਹੋਵੇ ਤੇ ਏਦਾਂ ਲੱਗਦਾ ਜਿਵੇਂ ਰੱਬ ਕਬੀਰ ਪਿੱਛੇ ਦੌੜ ਰਿਹਾ, ਪਛਾਣ ਹੀ ਇੱਕ ਹੋ ਗਈ, ਪਛਾਣ ਨਹੀਂ ਰਿਹਾ ਕਿਹੜਾ ਕਬੀਰ ਕਿਹੜਾ ਰੱਬ। ਰਾਮ ਕਬੀਰਾ ਭੇਦ ਨਾ ਪਾਈ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ, ਕੋਈ ਪਛਾਣ ਨਹੀਂ ਸਕਦਾ। ਤਬ ਮਿਲਤ ਨਾ ਜਾਣੈ ਕੋਈ, ਫਿਰ ਇਹਨਾਂ ਮਿਲਿਆ ਹੋਏ ਨੂੰ ਕੋਈ ਜਾਣ ਨਹੀਂ ਸਕਦਾ ਵੀ ਇਹਨਾਂ ਚ ਰੱਬ ਕਿਹੜਾ ਤੇ ਭਗਤ ਕਿਹੜਾ ਹੈ। ਫਿਰ ਉਹ ਅਵਸਥਾ ਬਣ ਜਾਂਦੀ ਹੈ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਨੀ। ਫਿਰ ਉਹ ਅਵਸਥਾ ਬਣ ਜਾਂਦੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ। ਉਹ ਵਿਸਰਾਮ ਦੀ ਸਹਿਜ ਦੀ ਅਵਸਥਾ ਚ ਆ ਜਾਂਦੇ, ਉਹਦੇ ਆਵਾਗਮਨ ਮੁੱਕ ਜਾਂਦੇ ਨੇ, ਵਿਕਾਰਾਂ ਦੀ ਦੌੜ ਖਤਮ, ਉਹ ਰੱਬ ਦਾ ਰੂਪ ਹੋ ਕੇ ਸਹਿਜ ਵਿੱਚ ਆ ਜਾਂਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ। ਫਿਰ ਇਸ ਰੱਬ ਵਿੱਚ ਤੇ ਉਸ ਮਨੁੱਖ ਚ ਕੋਈ ਵਖਰੇਵਾਂ ਨਹੀਂ ਰਹਿ ਜਾਂਦਾ, ਭਾਵ ਉਹ ਬੰਦਾ ਰੱਬ ਵਿੱਚ ਮਿਲ ਜਾਂਦਾ ਹੈ, ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਇਹ ਅਰ ਉਹ ਜਬ ਮਿਲੇ ਤਬ ਮਿਲਤ ਨਾ ਜਾਣੈ ਕੋਈ, ਇਸ ਅਵਸਥਾ ਨੂੰ ਫਿਰ ਕੋਈ ਜਾਣ ਨਹੀਂ ਸਕਦਾ। ਫਿਰ ਇਹ ਅਵਸਥਾ ਭਗਤ ਪ੍ਰਭੂ ਇੱਕ ਰੂਪ ਹੋ ਜਾਂਦੇ ਨੇ। ਇੰਨੀਆਂ ਹੀ ਬੇਨਤੀਆਂ ਪ੍ਰਵਾਨ, ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।